पातशाह जी की पावन बाणी दियाँ लड़ीवार विचारां रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो। वो चल रही लड़ीवार गुरबाणी विचारां दे नाल सांझ पाइए। विचारां दी आरंभता तो पहलां सतगुरु धन गुरु ग्रंथ साहिब जी किरपा करन, अपना मेहर भरिया हथ सिर ते रखण। सतगुरु जी आप रसना उत्ते वरत के अपनी पावन बाणी अपने शब्द की विचार आप करवा लैन और आप सरबत संगत बख्शो असीस। कोई रसना वांझी ना रहे। दोवे हथ जोड़ अपनियां मन बिरतियां एकागर करदियां लवाओ गुरु चरनां विच हाज़री। सरबत संगत मिल करके उचारण करो जी सतनाम श्री वाहिगुरु साहिब जी। एक बार फिर करो रसनावां पवित्र और मिलके आखो जी सतनाम श्री वाहिगुरु साहिब जी। वाहिगुरु साहिब जी। श्री राग के शंत महला पंजवा। एक ओंकार सत गुर प्रसाद डखना। साईं नाम अमोल कीम ना कोई जान दो। जिन्ना भाग मथाह से नानक हर रंग मान दो। जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है। ये पावन बचन सतगुरु धन गुरु अर्जन देव साहिब जी के मुखार बिन तो उचारण किया होया श्री राग दे अंदर धन गुरु ग्रंथ साहिब पातशाह जी के पावन अंग 80 और 81 के उपर सुभायमान है। अज दे इन्हां पावन बचनां दे राहीं जो गुरु बाबा जी ने जो उपदेश साडी झोली विच जो सिक्ख्या साडी झोली विच पाई है, उहदे राहीं सतगुरु जी ने अकाल पुरख परमेश्वर जी की वडियाई और अकाल पुरख परमेश्वर जी दे नाम की शोभा और नाम की अमोलकता का जिक्र सतगुरु जी कर रहे हैं। जदों आपां संसारक तौर दे उत्ते समाजिक तौर ते विचरदे हैं, हर चीज़ किसी ना किसी मुल ते किसी ना किसी कीमत के आधार उत्ते मौजूद है। और इत्थों तक भी जिक्र किया जाता कि हर एक वस्तु नूं खरीदिया जा सकता है, बस केवल साडे कोल उहनूं खरीदण वास्ते कीमत दा होना लाजमी है। सतगुरु जी ने अज बड़ा प्यारा जिक्र किया। साहिब कहंदे साईं नाम अमोल। अमोल है, अमोल तो भाव बेशुमार कीमती अमोलक, जिहदा कदे मुल नहीं पाया जा सकता। कहंदे भी रब जी का नाम जिहड़ा है साईं मतलब अकाल पुरख परमेश्वर, उहदा जिहड़ा नाम है वह अमोल है, उहदा कोई मुल नहीं है।
ਔਰ ਨਾਲ ਕਿਹਾ ਵੀ ਕੀਮ ਨਾ ਕੋਈ ਜਾਣ ਦੋ, ਜਿੱਥੇ ਉਹ ਅਮੋਲਕ ਹੈ ਨਾ ਉੱਥੇ ਇਹ ਨਹੀਂ ਵੀ ਕੋਈ ਅਮੁੱਲ ਵਸਤੂਆਂ ਰੱਖ ਕੇ ਤੇ ਆਖੇ ਵੀ ਮੈਂ ਨਾਮ ਖਰੀਦਣ ਲੱਗਿਆ ਜਾਂ ਰੱਬ ਖਰੀਦਣ ਲੱਗਿਆ। ਕਹਿੰਦੇ ਕੀਮ ਨਾ ਕੋਈ ਜਾਣ ਦੋ, ਉਹਦੀ ਕੀਮਤ ਵੀ ਕੋਈ ਨਹੀਂ ਜਾਣਦਾ, ਉਹਦਾ ਮੁੱਲ ਜਾਣਦਾ ਹੀ ਕੋਈ ਨਹੀਂ। ਜਿਨ੍ਹਾਂ ਭਾਗ ਮਥਾਹੇ, ਜਿਨ੍ਹਾਂ ਦੇ ਭਾਗ ਨੇ ਸੇ ਨਾਨਕ ਹਰ ਰੰਗ ਮਾਣ ਦੋ। ਤੇ ਇਹ ਨਾਨਕ ਜੀ ਉਹ ਜਿਹੜੇ ਜੀਵ ਨੇ ਨਾ ਉਹ ਰੱਬ ਜੀ ਦੇ ਨਾਮ ਦਾ ਰੰਗ ਮਾਣਦੇ। ਔਰ ਜਦੋਂ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਦੇ ਆ, ਮਾਲਕ ਪਾਤਸ਼ਾਹ ਜੀ ਨੇ ਜਦੋਂ ਜ਼ਿਕਰ ਕੀਤਾ ਉਹਨਾਂ ਨੇ ਤੇ ਸਾਫ਼ ਸਪਸ਼ਟ ਲਫ਼ਜ਼ ਵਰਤੇ ਨਾ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇਂ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਕਰਮ ਅਮੁੱਲ ਫਰਮਾਨ। ਉਹ ਸਾਰਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਨੇ ਰੱਬ ਜੀ ਦੀ ਅਮੋਲਕਤਾ ਦਾ ਕੀਤਾ। ਅਮੁੱਲੋ ਅਮੁੱਲ ਆਖਿਆ ਨਾ ਜਾਹੇ, ਆਖ ਆਖ ਰਹੇ ਲਿਵ ਲਾਏ। ਹੁਣ ਉਹਦੇ ਵਿੱਚ ਕੀ ਹੈ ਵੀ ਰੱਬ ਜੀ ਅਮੋਲਕ ਨੇ। ਜਿੱਥੇ ਰੱਬ ਜੀ ਅਮੋਲਕ ਨੇ ਉੱਥੇ ਰੱਬ ਜੀ ਦੇ ਨਾਮ ਦਾ ਵਪਾਰ ਕਰਨ ਵਾਲੇ ਅਮੋਲਕ ਨੇ, ਰੱਬ ਜੀ ਦੇ ਗੁਣ ਅਮੋਲਕ ਨੇ, ਰੱਬ ਜੀ ਦੇ ਗੁਣਾਂ ਦਾ ਵਪਾਰ ਕਰਨ ਵਾਲੇ ਅਮੋਲਕ ਨੇ, ਰੱਬ ਜੀ ਦਾ ਭੰਡਾਰ ਅਮੋਲਕ ਹੈ, ਉਸ ਭੰਡਾਰ ਨੂੰ ਵਰਤਣ ਵਾਲੇ ਅਮੋਲਕ ਨੇ। ਮਤਲਬ ਹਰ ਚੀਜ਼ ਮੁੱਲ ਤੋਂ ਪਰੇ ਹੈ, ਹਰ ਵਸਤੂ ਕੀਮਤ ਤੋਂ ਪਾਸੇ ਹੈ। ਔਰ ਖਿਆਲ ਰੱਖੀਏ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ, ਜੇ ਕੋਈ ਰੱਬ ਜੀ ਕੀ ਕੀਮਤ ਜਾਣਨੀ ਵੀ ਚਾਹੁੰਦਾ ਹੈ ਤੇ ਉਹਦੇ ਪ੍ਰਤੀ ਸਤਿਗੁਰੂ ਜੀ ਆਖਦੇ, ਕਹਿੰਦੇ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਏ ਤੇਰੀ ਤਿਲ ਵਡਿਆਈ। ਕੀਮਤ ਤੇ ਬੜੀ ਦੂਰ ਦੀ ਗੱਲ ਹੈ ਨਾ। ਜੇ ਸਾਰੇ ਜੀਵ ਮਿਲ ਕੇ ਵੀ ਰੱਬ ਜੀਓ ਤੁਹਾਡੀ ਕੀਮਤ ਆਖਣ ਉੱਤੇ ਆ ਜਾਣ ਤੇ ਕਦੇ ਵੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਹੁਣ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਇੱਕ ਬਚਨ ਹੈ, ਜਿੱਥੇ ਆਪਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬੋਲ ਪੜ੍ਹਦੇ ਆ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ। ਰਤਨ ਖਰੀਦਣ ਵਾਸਤੇ ਕੀਮਤ ਵੀ ਤੇ ਰਤਨਾ ਜਿੱਡੀ ਚਾਹੀਦੀ ਨਾ। ਤੇ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜਦੋਂ ਜ਼ਿਕਰ ਕਰਦੇ ਤੇ ਉਹਨਾਂ ਨੇ ਜ਼ਿਕਰ ਕਰਦਿਆਂ ਜਪਜੀ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ, ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਆਪਾਂ ਸੰਸਾਰਕ ਤੌਰ ਤੇ ਸਮਾਜਿਕ ਤੌਰ ਤੇ ਵੇਖਾਂਗੇ ਤੇ ਮੰਨ ਲਓ ਅਸੀਂ ਇੱਕ ਡਾਇਮੰਡ ਖਰੀਦਣ ਜਾਣਾ ਤੇ ਕੀ ਅਸੀਂ ਡਾਇਮੰਡ ਖਰੀਦਣ ਗਏ ਜਦੋਂ ਤੇ ਦੁਕਾਨ ਤੇ ਜਾ ਕੇ ਅਸੀਂ ਉਹਨੂੰ ਇਹ ਕਹੀਏ ਵੀ ਅਸੀਂ ਤੇਰੇ ਕੋਲੋਂ ਭਾਈ ਹੀਰਾ ਖਰੀਦਣ ਵਾਸਤੇ, ਰਤਨ ਖਰੀਦਣ ਵਾਸਤੇ ਆਏ ਆ ਤੇ ਲਿਆ ਵਿਖਾ, ਉਹ ਵਿਖਾ ਦਿੰਦਾ, ਉਹ ਇੱਕ ਵਿਖਾਉਂਦਾ, ਦੋ ਵਿਖਾਉਂਦਾ। ਅਸੀਂ ਆਪਣੀ ਸਮਰੱਥਾ ਮੁਤਾਬਕ ਉੱਥੇ ਚੂਜ਼ ਕਰਦੇ ਹਾਂ ਵੀ ਸਾਨੂੰ ਕੀ ਚਾਹੀਦਾ। ਪਰ ਕੀ ਅਸੀਂ ਉਹਦੀ ਦੁਕਾਨ ਤੇ ਬੈਠ ਕੇ ਉਹਨੂੰ ਇਹ ਆਖਿਆ ਵੀ ਮੈਂ ਤੇਰੇ ਕੋਲੋਂ ਸਾਰੇ ਹੀ ਰਤਨ ਖਰੀਦਣ ਆਇਆ, ਜਿੰਨੇ ਕੁ ਤੂੰ ਰੱਖੀ ਬੈਠਾ ਜਾਂ ਜਿੰਨੇ ਕੁ ਹੋਰ ਉਹਨਾਂ ਸਾਰਿਆਂ ਦੇ ਕੋਲ ਹਨ, ਜੌਹਰ ਜਿੰਨੇ ਵੀ ਨੇ ਉਹਨਾਂ ਸਾਰਿਆਂ ਕੋਲ ਜਿੰਨੇ ਰਤਨ ਤੂੰ ਸਾਰੇ ਮੰਗਾ ਦੇ, ਮੈਂ ਸਾਰੇ ਹੀ ਖਰੀਦਣ ਆਇਆ। ਫਿਰ ਇੱਕ ਵਾਰੀ ਤੇ ਹੋ ਸਕਦਾ ਵੀ ਹੈਰਾਨ ਜਾ ਕੇ ਵੇਖੇ ਤੇ ਫਿਰ ਪੁੱਛੇਗਾ ਵੀ ਤੁਹਾਡੇ ਕੋਲ ਕੀਮਤ ਕਿੰਨੀ ਕੁ ਹੈ। ਤੇ ਉੱਥੇ ਅਸੀਂ
ਕੀਮਤ ਰੱਖਣ ਦੀ ਬਜਾਏ ਉਹਨੂੰ ਵੀ ਹੈ ਤੇ ਮੇਰੇ ਕੋਲ ਕੁਛ ਨਹੀਂ ਭਾਈ, ਬਸ ਮੈਂ ਰਤਨ ਖਰੀਦਣ ਆਇਆ। ਸਤਿਗੁਰੂ ਕਹਿ ਰਹੇ ਵੀ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਇੰਨਾ ਕੁ ਅਮੋਲਕ ਹੈ ਵੀ ਸਾਡੇ ਕੋਲ ਕੀਮਤ ਹੈ ਹੀ ਨਹੀਂ। ਕੀਮਤ ਹੋਣਾ ਤੇ ਬੜੀ ਦੂਰ ਦੀ ਗੱਲ ਹੈ, ਅਸੀਂ ਜਾਣਦੇ ਵੀ ਨਹੀਂ ਆ ਵੀ ਕੀਮਤ ਕਿੰਨੀ ਕੁ ਹੈ। ਬਸ ਇਹ ਹੈ ਵੀ ਇਹ ਜਿਹੜਾ ਗੁਰੂ ਦਾ ਸ਼ਬਦ ਰੂਪ ਰਤਨ ਹੈ ਨਾ, ਇਹਨੂੰ ਉਦਣ ਹੀ ਹਾਸਲ ਕੀਤਾ ਜਾ ਸਕਦਾ ਜਿੱਦਣ ਸਾਡੀ ਹੈਸੀਅਤ ਇਹਦੇ ਬਰਾਬਰ ਦੀ ਬਣ ਜਾਏ। ਔਰ ਇਹਦੇ ਬਰਾਬਰ ਦੀ ਹੈਸੀਅਤ ਉਦਣ ਬਣੇਗੀ ਜਿੱਦਣ ਸਾਡੀ ਮੱਤ ਵਿੱਚ ਰਤਨ ਤੇ ਜਵਾਹਰ ਹੋਣਗੇ। ਚੁੱਕੀ ਅਸੀਂ ਕੱਖ ਫਿਰਦੇ ਹੋਈਏ ਤੇ ਗੱਲਾਂ ਰਤਨ ਖਰੀਦਣ ਦੀਆਂ ਕਰੀਏ, ਕੋਈ ਕਿੰਨਾ ਕੁ ਸਿਆਣਾ ਆਖੇਗਾ। ਹੱਥਾਂ ਵਿੱਚ ਕੱਖ ਹੋਣ, ਕਿਤੋਂ ਇਕੱਠੇ ਕੀਤੇ, ਕੁਝ ਕੱਖ ਕਿਤੋਂ ਇਕੱਠੇ ਕਰ ਲਏ, ਤੇ ਮੈਂ ਜਾ ਕੇ ਜੌਹਰੀ ਦੀ ਦੁਕਾਨ ਤੇ ਆਖਾਂ ਵੀ ਸੱਜਣਾ ਮੈਂ ਤੇ ਤੇਰੇ ਕੋਲੋਂ ਰਤਨ ਖਰੀਦਣ ਆਇਆ। ਉਹ ਆਖੇ ਵੀ ਲਿਆ ਤੇਰੇ ਕੋਲ ਹੈ ਕੀ, ਤੇ ਮੈਂ ਉਹਦੇ ਅੱਗੇ ਕੱਖਾਂ ਦਾ ਲਾ ਦਿਆਂ ਢੇਰ ਵੀ ਲੈ ਆ ਮੇਰੇ ਕੋਲ। ਤੇ ਅਗਲਾ ਕੀ ਕਹੇਗਾ? ਤੂੰ ਮੂਰਖ ਹੈ ਵੀ ਇਹਨਾਂ ਦਾ ਤੈਨੂੰ ਕੀ, ਕੱਖਾਂ ਦਾ ਮੈਂ ਤੈਨੂੰ ਕੀ ਰਤਨ ਦਿਆਂ। ਵੀ ਇਹ ਹੋ ਸਕਦਾ ਵੀ ਮੈਂ ਇੱਥੇ ਜਿਹੜਾ ਉਹ ਸੈਂਪਲ ਰੱਖੇ, ਤੂੰ ਉਹਨਾਂ ਨੂੰ ਵੇਖ ਲਾ ਤੇ ਵੇਖ ਕੇ ਆਪਣੇ ਆਪ ਨੂੰ ਸੰਤੁਸ਼ਟ ਕਰ ਲਾ ਤੇ ਚਲਾ ਜਾ। ਵੀ ਇਹਨਾਂ ਦਾ ਤੈਨੂੰ ਦਿਆਂ ਕੀ ਮੈਂ। ਤੇ ਸ਼ਾਇਦ ਨਾ ਸਾਡੀ ਹਾਲਤ ਵੀ ਇਹੀ ਹੈ ਵੀ ਅਸੀਂ ਗੁਰੂ ਕੋਲ ਜੌਹਰੀ ਕੋਲ ਆਉਨੇ ਆ ਤੇ ਕੱਖਾਂ ਦਾ ਗੁਰੂ ਅੱਗੇ ਲਾ ਕੇ ਢੇਰ, ਅਸੀਂ ਕਹਿੰਨੇ ਵੀ ਤੇਰੇ ਕੋਲੋਂ ਸ਼ਬਦ ਰੂਪੀ ਰਤਨ ਲੈਣ ਆਏ। ਤੇ ਕਰੀਦਾ ਕੀ? ਹੁਣ ਸਾਡੇ ਕੋਲ ਉਹ ਭਾਂਡਾ ਹੋਵੇ, ਉਹ ਬਰਤਨ ਹੋਵੇ ਜਿਹਦੇ ਵਿੱਚ ਉਹ ਵਸਤੂ ਹੋਵੇ ਜਿਹਦੇ ਵਿੱਚ ਰਤਨ ਪੈਣੇ ਨੇ, ਜਾਂ ਉਹ ਸਾਡੇ ਕੋਲ ਹੋਵੇ ਵੀ ਜਿਹਦੇ ਬਦਲੇ ਵਿੱਚ ਸਾਨੂੰ ਰਤਨ ਮਿਲਣੇ ਨੇ, ਤੇ ਅਸੀਂ ਕੀ ਕਰੀਦਾ? ਗੁਰੂ ਅੱਗੇ ਢੇਰ ਰੱਖਿਆ ਕੱਖਾਂ ਦਾ, ਕਾਗਜ਼ਾਂ ਦਾ ਢੇਰ ਰੱਖ ਕੇ ਨਾ, ਤੇ ਕਰੀਦਾ ਕੀ ਹੈ? ਵੇਖ ਕੇ ਅਸੀਂ ਵੀ ਮੁੜ ਜਾਈਦਾ। ਇਹੀ ਵੀ ਹੁਣ ਮਨ ਗੁਰੂ ਘਰ ਆਪਾਂ ਆ ਰਹੇ ਹਾਂ, ਧਰਮ ਸਥਾਨ ਤੇ ਆ ਰਹੇ ਹਾਂ, ਆ ਕੇ ਆ ਸ਼ਬਦ ਰੂਪ ਰਤਨ ਦਾ ਜਿਹੜਾ ਖਜ਼ਾਨਾ ਸਾਡੇ ਸਾਹਮਣੇ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ ਸ਼ਬਦ ਦਾ ਖਜ਼ਾਨਾ ਸਾਡੇ ਸਨਮੁਖ ਹੈ। ਤੇ ਇਹਦੇ ਚੋਂ ਅਸੀਂ ਕਿੰਨੇ ਕੁ ਰਤਨ ਲੈ ਕੇ ਚੱਲੇ? ਵੇਖ ਕੇ ਹੀ ਮੁੜ ਚੱਲੇ ਨਾ, ਦਰਸ਼ਨ ਕਰ ਲਏ, ਹੱਥ ਜੋੜ ਤੇ ਮੁੜ ਗਏ। ਤੇ ਉਹ ਹੈ ਵੀ ਆਪਣੀਆਂ ਅੱਖਾਂ ਨਾਲ ਰਤਨ ਵੇਖਿਆ ਤੇ ਹੈ, ਰਤਨ ਦੀ ਸੁੰਦਰਤਾ ਵੇਖ ਕੇ, ਰਤਨ ਦੀ ਚਮਕ ਵੇਖ ਕੇ, ਤੇ ਅਸੀਂ ਹੱਥ ਜੋੜ ਤੇ ਵੀ ਬੜਾ ਸੁੰਦਰ ਹੈ, ਹੱਥ ਜੋੜ ਕੇ ਹੀ ਚੱਲੇ। ਲੈ ਕੇ ਕੀ ਜਾ ਰਹੇ ਹਾਂ? ਤੇ ਜੇ ਲੈ ਕੇ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਵੀ ਤਾਂ ਤੇਰੀ ਮੱਤ ਵਿੱਚ ਤੇਰੇ ਕੋਲ ਰਤਨ ਤੇ ਜਵਾਹਰ ਹੋਣੇ ਚਾਹੀਦੇ। ਉਹ ਤਾਂ ਬਣਨਗੇ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਸਿੱਖਿਆ ਸੁਣੇ। ਤੇ ਉਹ ਸਾਡੇ ਕੋਲ, ਅਸੀਂ ਹੋਰ ਤੇ ਬਹੁਤ ਕੁਝ ਸੁਣ ਸਕਦੇ ਹਾਂ, ਪਰ ਕਿਸੇ ਕੋਲੋਂ ਸਿੱਖਿਆ ਸੁਣਨੀ ਬੜੀ ਔਖੀ ਹੈ। ਸੁਣ ਅਸੀਂ ਬਹੁਤ ਕੁਝ ਸਕਦੇ ਹਾਂ, ਕਿਸੇ ਨਾਲ ਨਿੰਦਿਆ ਕਰਨੀ ਹੋਵੇ ਤਾਂ ਇੱਕ ਨੰਬਰ ਤੇ, ਜੇ ਕਿਸੇ ਨਾਲ ਚੁਗਲੀ ਦਵੈਤ ਕਰਨੀ ਹੋਵੇ ਤਾਂ ਪਹਿਲੇ ਨੰਬਰ ਤੇ, ਜੇ ਕਿਸੇ ਕੋਲ ਸੁਣਨੀ ਹੋਵੇ ਤਾਂ ਪਹਿਲੇ ਨੰਬਰ ਤੇ, ਤੇ ਜੇ ਕੋਈ ਅੱਗੋਂ ਚੰਗੀ ਗੱਲ ਦੱਸੇ ਫਿਰ ਆਖੀ ਵੀ ਨਹੀਂ ਤੇਰੇ ਅੱਗੇ ਜੋੜੇ ਹੱਥ, ਸਾਨੂੰ ਭਾਸ਼ਣ ਨਾ ਦੇ। ਅੱਛਾ ਤੇਰੇ ਕੋਲੋਂ ਕੀ ਸਿੱਖਣਾ ਮੈਂ? ਹੁਣ ਸਿੱਖਿਆ ਸੁਣਨੀ ਤੇ ਔਖੀ ਹੈ ਨਾ, ਕਠਿਨ। ਸਿੱਖਿਆ ਸੁਣਨੀ ਤੇ ਸਿੱਖਿਆ ਨੂੰ ਮੰਨਣ ਵਿੱਚ ਵੀ ਫਰਕ ਹੈ। ਹੋ ਸਕਦਾ ਕਿਸੇ ਤਰੀਕੇ ਅਸੀਂ ਇੱਥੋਂ ਤੱਕ ਤਿਆਰ ਹੋ ਜਾਈਏ ਵੀ ਚੱਲ ਕੋਈ ਨਹੀਂ, ਚਾਰ ਗੱਲਾਂ ਹੀ ਨੇ, ਦੋ ਘੜੀਆਂ ਇਹਦੀਆਂ ਸੁਣ ਲੈਂਦੇ ਆ, ਪਰ ਸੁਣਨ ਤੋਂ ਬਾਅਦ ਵਿੱਚ ਸਿੱਖਿਆ ਨੂੰ ਮੰਨਣਾ, ਮੱਤ ਵਿੱਚ ਰਤਨ ਤੇ ਜਵਾਹਰ ਤਾਂ ਹੀ ਬਣਨਗੇ ਨਾ। ਹੁਣ ਸੁਣ ਲੈਣਾ ਕਾਫੀ ਨਹੀਂ ਹੈ। ਆਪਾਂ ਮੰਨ ਲਓ ਕੋਈ ਸੰਸਾਰਕ ਤੌਰ ਤੇ ਆਪਾਂ ਵੇਖਦੇ ਹਾਂ, ਕਿਸੇ ਨੂੰ ਆਪਾਂ ਕੁਝ ਕਰਮ ਕਰਨ ਵਾਸਤੇ ਆਖੀਏ, ਕੰਮ ਕਰਨ ਵਾਸਤੇ। ਮੰਨ ਲਓ ਇੱਕ ਪਿਤਾ ਨੇ ਜਾਂ ਇੱਕ ਮਾਤਾ ਨੇ ਆਪਣੇ ਬੱਚੇ ਨੂੰ ਕਿਹਾ ਵੀ ਜਾ ਪੁੱਤਰਾ ਪਾਣੀ ਦਾ ਗਲਾਸ ਲੈ ਆ, ਬੈਠਾ।
ਮਾਂ ਨੇ ਕਿਹਾ ਵੀ ਪਾਣੀ ਲਿਆ, ਉਹ ਹੋਰ ਅਵੇਸਲਾ ਜਾ ਹੋ ਕੇ ਬਹਿ ਜੇ। ਹੁਣ ਕੀ ਉਹਨੂੰ ਸੁਣਦਾ ਨਹੀਂ? ਸੁਣ ਤੇ ਰਿਹਾ ਨਾ, ਉਹਦੇ ਕੰਨਾਂ 'ਚ ਆਵਾਜ਼ ਤੇ ਪੈ ਰਹੀ ਹੈ, ਪਰ ਉਹਨੇ ਉੱਠ ਕੇ ਲਿਆਂਦਾ ਨਹੀਂ। ਤੇ ਹੁਣ ਪਿਤਾ ਜਾਂ ਮਾਂ ਕੀ ਕਹੇਗੀ? ਇਹੀ ਵੀ ਤੈਨੂੰ ਸੁਣਿਆ ਨਹੀਂ ਵੀ ਤੂੰ ਉੱਠ ਕੇ ਜਾ ਪਾਣੀ ਲੈ ਕੇ ਆ, ਤੈਨੂੰ ਅਸੀਂ ਪਾਣੀ ਲਿਆਉਣ ਨੂੰ ਕਹਿ ਰਹੇ ਹਾਂ। ਉਹ ਜਿੰਨਾ ਚਿਰ ਲੈ ਕੇ ਆ ਨਹੀਂ ਜਾਂਦਾ ਉਹਨਾਂ ਚਿਰ ਅਸੀਂ ਕੀ ਮੰਨਾਂਗੇ ਵੀ ਉਹਨੂੰ ਸੁਣਿਆ ਨਹੀਂ। ਮਤਲਬ ਸੁਣਨਾ ਵੀ ਉਹ ਤਾਂ ਹੀ ਪ੍ਰਵਾਨ ਹੈ ਜੇ ਅਸੀਂ ਸੁਣ ਕੇ ਮੰਨ ਰਹੇ ਹਾਂ। ਜੇ ਅਸੀਂ ਸੁਣ ਕੇ ਮੰਨਿਆ ਹੀ ਨਹੀਂ ਹੈ ਤੇ ਸਾਡਾ ਸੁਣੇ ਦਾ ਕੀ ਲਾਭ ਹੋਇਆ? ਪ੍ਰਵਾਨ ਤੇ ਤਾਂ ਸੁਣਿਆ ਤੇ ਤਾਂ ਕਬੂਲਿਆ ਜਾਏਗਾ। ਜਿਵੇਂ ਕਿਸੇ ਅਧਿਆਪਕ ਵੱਲੋਂ ਇੱਕ ਸਟੂਡੈਂਟ ਨੂੰ, ਇੱਕ ਵਿਦਿਆਰਥੀ ਨੂੰ ਕੋਈ ਕਰਮ ਕਰਨ ਵਾਸਤੇ ਆਖਿਆ ਜਾਏ, ਉਹਨੇ ਸੁਣ ਵੀ ਲਿਆ, ਹੋ ਸਕਦਾ ਉਹ ਆਪਣੇ ਹੱਥਾਂ ਨਾਲ ਆਪਣੀ ਡਾਇਰੀ ਦੇ ਉੱਤੇ ਉਹਦੇ ਉੱਤੇ ਲਿਖ ਵੀ ਲਏ ਵੀ ਮੇਰੇ ਅਧਿਆਪਕ ਨੇ ਮੈਨੂੰ ਆਹ ਕੁਝ ਕਰਨ ਵਾਸਤੇ ਆਖਿਆ ਹੈ। ਉਹ ਅਗਲੇ ਦਿਨ ਘਰੋਂ ਫੇਰ ਉਦੋਂ ਹੀ ਆ ਜਾਏ। ਸਾਡੀ ਹਾਲਤ ਕੀ? ਅਸੀਂ ਸੁਣ ਵੀ ਲੈਨੇ ਆ। ਕਈ ਵਾਰੀ ਨਾ ਸਾਨੂੰ ਗੁਰੂ ਸਾਹਿਬ ਜੀ ਕੀ ਪਾਵਨ ਬਾਣੀ ਵਿੱਚੋਂ ਬਚਨ ਇੰਨਾ ਕੁ ਚੰਗਾ ਲੱਗਦਾ ਤੇ ਅਸੀਂ ਹੱਥਾਂ ਨਾਲ ਲਿਖ ਵੀ ਲੈਨੇ ਆ, ਤੇ ਮੰਨਣ ਤੋਂ ਫੇਰ ਇਨਕਾਰੀ। ਤੇ ਫਿਰ ਹਾਲਤ ਉਸ ਵਿਦਿਆਰਥੀ ਵਰਗੀ ਹੋਈ ਕਿ ਨਹੀਂ? ਕਿ ਕਾਪੀਆਂ ਤੇ ਕਾਲੀਆਂ ਲਈਆਂ ਕਰ, ਡਾਇਰੀ ਵੀ ਦੇ ਉੱਤੇ ਵੀ ਲਿਖ ਲਿਆ, ਅਧਿਆਪਕ ਕੋਲੋਂ ਸੁਣ ਵੀ ਲਿਆ, ਗੁਰੂ ਕੋਲੋਂ ਸੁਣ ਵੀ ਲਿਆ, ਤੇ ਜਦੋਂ ਅਧਿਆਪਕ ਨੇ ਪੁੱਛਿਆ ਵੀ ਦੱਸ ਕਰਕੇ ਆਇਆ ਕਿ ਨਹੀਂ, ਤੇ ਫਿਰ ਵਿਦਿਆਰਥੀ ਹੱਥ ਖੜਾ ਵੀ ਨਾ ਜੀ, ਇਹ ਕੰਮ ਨਹੀਂ ਹੈ। ਸਾਹਿਬ ਜੀ ਨੇ ਇਸੇ ਕਰਕੇ ਸਭ ਤੋਂ ਪਹਿਲਾਂ ਆਖਿਆ, ਕਹਿੰਦੇ ਸਾਈਂ ਨਾਮ ਅਮੋਲ, ਬੜਾ ਅਮੋਲਕ ਹੈ। ਉਸ ਅਮੋਲਕ ਨਾਮ ਦੇ ਨਾਲ ਜੁੜਨ ਵਾਸਤੇ ਸਾਨੂੰ ਆਪਣਾ ਸਟੇਟਸ ਵੀ ਅਮੋਲਕ ਵਾਲਾ ਬਣਾਉਣਾ ਪਏਗਾ। ਸਾਡੀ ਆਪਣੀ ਮੱਤ ਨੂੰ ਅਮੋਲਕ ਕਰਨਾ ਪਏਗਾ, ਫਿਰ ਹੀ ਕਿਤੇ ਜਾ ਕੇ ਉਹ ਅਮੋਲਕ ਦਾਤ ਸਾਡੀ ਝੋਲੀ ਵਿੱਚ ਪੈਂਦੀ ਹੈ। ਮੁੱਲ ਅਸੀਂ ਨਹੀਂ ਪਾ ਸਕਦੇ। ਹਾਂ, ਇਹ ਤੇ ਹੈ ਵੀ ਉਹ ਅਮੋਲਕ ਵਸਤੂ, ਉਹ ਅਮੋਲਕ ਪਦਾਰਥ ਆਪ ਤਰੁੱਠ ਕੇ ਸਾਨੂੰ ਦੇ ਰਹੇ ਤੇ ਅਸੀਂ ਉਹਦੇ ਕੋਲੋਂ ਲੈ ਕੇ ਉਸ ਪਦਾਰਥ ਨੂੰ ਵਰਤ ਲਈਏ। ਪਰ ਇਹ ਨਹੀਂ ਵੀ ਅਸੀਂ ਉਸ ਪਦਾਰਥ ਨੂੰ ਵਰਤਦਿਆਂ ਆਖੀਏ ਵੀ ਦੱਸ ਕੀਮਤ ਕੀ ਹੈ। ਸਾਹਿਬ ਕਹਿੰਦੇ ਕੀਮਤ ਤੇ ਇਹ ਵੀ ਅਮੋਲਕ ਹੀ ਹੈ, ਇਹਦਾ ਮੁੱਲ ਤੇਰੇ ਕੋਲੋਂ ਨਹੀਂ ਪੈਣਾ। ਦੇਖੋ ਨਾ, ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਅਰਾਧਿਆ, ਉਹਨਾਂ ਦਾ ਜੀਵਨ ਕਿੱਡਾ ਅਮੋਲਕ ਬਣ ਗਿਆ। ਦੁਨੀਆ ਦਾ ਹਰ ਵਸਤੂ, ਹਰ ਪਦਾਰਥ ਉਹਨਾਂ ਦੇ ਅੱਗੇ ਹੈ। ਆਫਰ ਵਜੋਂ ਉਹਨਾਂ ਨੂੰ ਸਭ ਕੁਝ ਦਿੱਤਾ ਗਿਆ, ਪਰ ਕੀ ਮੁੱਲ ਪੈ ਗਿਆ? ਕਿਸੇ ਦਾ ਵੀ ਮੁੱਲ ਉਹ ਨਹੀਂ ਪਾ ਸਕੇ, ਕਿਸੇ ਦੀ ਕੀਮਤ ਨਹੀਂ ਪਾ ਸਕੇ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ। ਵੇਖੋ ਨਾ, ਕਿਸੇ ਕੋਲੋਂ ਅਸੀਂ ਕੁਝ ਵਸਤੂ ਵਰਤਣ ਵਾਸਤੇ ਲੈ ਆਉਨੇ ਆ, ਜਦੋਂ ਸਾਨੂੰ ਉਹ ਵਸਤੂ ਪਦਾਰਥ ਚੰਗਾ ਲੱਗਦਾ ਨਾ, ਅਸੀਂ ਉਹਨੂੰ ਪੁੱਛੀਦਾ ਵੀ ਇਹਦਾ ਮੁੱਲ ਕੀ ਹੈ। ਜੇ ਤੇ ਉਹ ਥੋੜੇ ਬਹੁਤੇ ਮੁੱਲ ਦਾ ਹੋਵੇ ਫਿਰ ਤੇ ਉਹ ਦਿੰਦਾ 10, ਤੇ ਜੇ ਉਹ ਆਖੇ ਜੇ ਉਹ ਕੀਮਤੀ ਹੋਵੇ ਤੇ ਫਿਰ ਉਹ ਕਹੇ ਮੁੱਲ ਤੋਂ ਤੂੰ ਕੀ ਲੈਣਾ, ਵੀ ਕੀਮਤ ਤੇਰੇ ਕੋਲੋਂ ਅਦਾ ਨਹੀਂ ਹੋਣੀ। ਤੂੰ ਵਰਤਣੀ ਹੈ ਵਸਤੂ, ਇੱਕ ਦਿਨ ਛੱਡ ਕੇ 2 ਦਿਨ ਵਰਤ ਲਾ, 2 ਦਿਨ ਛੱਡ ਕੇ 4 ਦਿਨ ਵਰਤਣੀ, 4 ਦਿਨ ਵਰਤ ਲਾ, ਪਰ ਇਹਦੀ ਕੀਮਤ ਤੇਰੇ ਕੋਲੋਂ ਅਦਾ ਨਹੀਂ ਹੋਣੀ। ਤੇ ਅਸੀਂ ਰੱਬ ਜੀ ਦੇ ਨਾਮ ਨੂੰ ਅਰਾਧੀਏ, ਜਪੀਏ, ਤੇ ਜਪਦਿਆਂ ਹੋਇਆਂ ਕਿਤੇ ਮਨ ਨੂੰ ਰਜਾਵੇ ਭਾ, ਚੰਗਾ ਲੱਗ ਜਾਏ, ਤੇ ਗੁਰੂ ਕੋਲੋਂ ਆ ਕੇ ਅਸੀਂ ਕੀਮਤ ਪੁੱਛੀਏ, ਤੇ ਸਤਿਗੁਰੂ ਜਵਾਬ ਵਿੱਚ ਇਹੀ ਆਖਣਗੇ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਬਸ ਨਾਲ ਇਹ ਜ਼ਰੂਰ ਹੈ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਨੇ ਉਹ ਇਸ ਨਾਮ ਦਾ ਰੰਗ ਮਾਣਦੇ ਨੇ, ਨਾਮ ਦਾ ਆਨੰਦ ਮਾਣਦੇ ਨੇ, ਨਾਮ ਦਾ ਰਸ ਮਾਣਦੇ ਨੇ। ਨਾਮ ਦੇ ਰਸੀਆਂ ਨੇ ਹੀ ਇਸ ਨਾਮ ਦੇ ਨਾਲ ਸਾਂਝ ਬਣਾਈ। ਜਦੋਂ ਸਾਂਝ ਬਣੀ, ਆਪ ਵੀ ਕੀਮਤ ਵਾਲੇ ਹੋ ਗਏ, ਅਮੋਲਕ ਬਣ ਗਏ, ਤੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦੇ ਸਹਾਰੇ ਸਦਕਾ ਜੀਵਨ ਵੀ ਅਮੋਲਕ ਬਣ ਗਿਆ। ਜਿੱਥੇ ਜ਼ਿੰਦਗੀ ਅਮੋਲਕ ਬਣੀ, ਜੀਵਨ ਅਮੋਲਕ ਬਣਿਆ, ਉੱਥੇ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਸਾਂਝ ਵੀ ਜਿਹੜੀ ਉਹ ਬਣ ਗਈ। ਹੁਣ ਖਿਆਲ ਰੱਖੋ, ਰੱਬ ਜੀ ਦਾ ਨਾਮ ਅਮੋਲਕ ਹੈ। ਇਹਨੂੰ ਲੈਣ ਵਾਸਤੇ,
ਇਹਨੂੰ ਹਾਸਲ ਕਰਨ ਵਾਸਤੇ ਸਤਿਗੁਰੂ ਨੇ ਸਾਨੂੰ ਕੀ ਦਿੱਤਾ ਹੈ? ਭਗਤ ਕਬੀਰ ਸਾਹਿਬ ਨੂੰ ਪੜੋ। ਕਬੀਰ ਮਾਨਸ ਜਨਮ ਦੁਲੰਭ ਹੈ। ਅਮੋਲਕ ਦਾਤ ਲੈਣੀ ਨਾ। ਦੁਲੰਭ ਮਤਲਬ ਬੜੀ ਕੀਮਤੀ, ਬੇਸ਼ੁਮਾਰ ਕੀਮਤੀ। ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੈ ਬਹੁਰ ਨਾ ਲਾਗੇ ਡਾਰ। ਸੱਜਣਾ ਇਹ ਨਾ ਸੋਚੀ ਵੀ ਰੱਬ ਜੀ ਦਾ ਨਾਮ ਅਮੋਲਕ ਹੈ ਤੇ ਉਹਨੂੰ ਹਾਸਲ ਕਰਨ ਵਾਸਤੇ ਰੱਬ ਨੇ ਤੈਨੂੰ ਮੁੱਲ ਵਾਲੀ ਵਸਤੂ ਦਿੱਤੀ ਹੈ। ਨਹੀਂ, ਕਿਹੜੀ ਚੀਜ਼ ਦਾ ਮੁੱਲ ਹੈ ਸਾਡੇ ਕੋਲ? ਸਾਹਿਬ ਜੀ ਨੇ, ਬਾਬਾ ਕਬੀਰ ਜੀ ਨੇ ਸਾਡੇ ਸਰੀਰ ਦਾ, ਮਨੁੱਖਾ ਜਨਮ ਦਾ ਜ਼ਿਕਰ ਕੀਤਾ। ਇਸ ਮਨੁੱਖਾ ਜਨਮ ਦਾ ਸਾਡੇ ਕੋਲ ਕੀ ਮੁੱਲ ਹੈ ਮੁੱਲ ਸਾਡੇ ਕੋਲ? ਮਨੁੱਖਾ ਜਨਮ ਦਾ ਮੁੱਲ ਤੇ ਇੱਕ ਪਾਸੇ ਰੱਖੋ, ਸਾਡੇ ਕੋਲ ਮਨੁੱਖਾ ਸਰੀਰ ਦੇ ਇੱਕ ਅੰਗ ਦਾ ਮੁੱਲ ਨਹੀਂ ਹੈ, ਅਮੋਲਕ ਦਾਤ ਹੈ। ਇਹਦੇ ਨਾਲ ਹੀ, ਇਸੇ ਕਰਕੇ ਤੇ ਸਤਿਗੁਰੂ ਜੀ ਨੇ ਕਿਹਾ ਨਾ, ਗੁਰ ਸੇਵਾ ਤੇ ਭਗਤ ਕਮਾਈ, ਤਬ ਕੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੁਣ ਲਾਭ ਹੈ, ਲਾਹਾ ਖੱਟਣਾ। ਤੇ ਸੱਜਣਾ, ਜੇ ਅਮੋਲਕ ਦਾਤ ਤੈਨੂੰ ਰੱਬ ਨੇ ਦਿੱਤੀ ਹੈ ਤਾਂ ਹੀ ਤੇ ਅਮੋਲਕ ਨਾਲ ਸਾਂਝ ਬਣੇਗੀ ਨਾ। ਪਹਿਲੋਂ ਲੈਵਲ ਤੇ ਬਰਾਬਰ ਦਾ ਕੀਤਾ ਨਾ ਉਹਨੇ। ਉਹ ਸਾਡੀ ਮੂਰਖਤਾਈ ਹੈ ਵੀ ਅਸੀਂ ਅਮੋਲਕ ਹੋਣ ਦੇ ਬਾਵਜੂਦ ਵੀ ਗੰਦ ਵਿੱਚ ਡਿੱਗਦੇ ਫਿਰੀਏ। ਤੇ ਭਗਤ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹੀ, ਨਾਲ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਪੜ੍ਹਿਆ ਤੇ ਮਾਲਕ ਜੀ ਕਹਿੰਦੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਇਹ ਸਾਡੀ ਮੂਰਖਤਾਈ ਹੈ ਕਿ ਅਸੀਂ ਕੌਡੀਆਂ ਦੇ ਭਾਅ ਵੇਚਦੇ ਫਿਰਦੇ ਹਾਂ, ਹੈ ਤੇ ਅਮੋਲਕ ਹੀ ਨਾ। ਰੱਬ ਜੀ ਦਾ ਨਾਮ ਵੀ ਅਮੋਲਕ, ਔਰ ਰੱਬ ਜੀ ਦੇ ਨਾਮ ਨੂੰ ਜਪਣ ਵਾਸਤੇ ਆ ਜਿਹੜੀ ਦੇਹੀ ਦਿੱਤੀ, ਸਰੀਰ ਦਿੱਤਾ, ਇਹ ਸਰੀਰ ਵੀ ਅਮੋਲਕ। ਰੱਬ ਜੀ ਨੇ ਦੋਵੇਂ ਵਸਤੂਆਂ ਦਾ ਸਟੇਟਸ ਇੱਕੋ ਜਿਹਾ ਰੱਖਿਆ। ਪਰ ਇਨਸਾਨੀ ਮੂਰਖਤਾਈ ਹੈ, ਮਨੁੱਖ ਦੀ ਜ਼ਿੰਦਗੀ ਦੀ ਮੂਰਖਤਾਈ ਹੈ ਕਿ ਇਹਨੇ ਨਾਮ ਨਾਲ ਸਾਂਝ ਬਣਾਉਣ ਦੀ ਬਜਾਏ ਆਪਣੇ ਅਮੋਲਕ ਜੀਵਨ ਨੂੰ ਕੌਡੀਆਂ ਦੇ ਭਾਅ ਵੇਚਦਾ ਰਿਹਾ। ਜਾਂ ਇਉਂ ਕਹਿ ਸਕਦੇ ਆ ਵੀ ਇਹਨੂੰ ਇੰਨੀ ਸੋਝੀ ਹਾਸਲ ਹੀ ਨਹੀਂ ਕਰ ਸਕਿਆ, ਇੰਨੀ ਮੱਤ ਹਾਸਲ ਨਹੀਂ ਕਰ ਸਕਿਆ ਕਿ ਮੈਂ ਇਸ ਅਮੋਲਕ ਵਸਤੂ ਨੂੰ ਕੌਡੀਆਂ ਦੇ ਭਾਅ ਵੇਚ ਰਿਹਾ। ਜਾਂ ਇਉਂ ਕਹਿ ਲਈਏ, ਇਸ ਅਮੋਲਕ ਵਸਤੂ ਦਾ ਮੁੱਲ ਹੀ ਜੀਵ ਸਮਝ ਨਹੀਂ ਸਕਿਆ ਵੀ ਇਹ ਕਿੱਡੀ ਬੇਸ਼ੁਮਾਰ ਕੀਮਤੀ ਹੈ। ਪਰ ਹਾਂ, ਜਦੋਂ ਇਹ ਵਸਤੂ ਹੱਥ ਵਿੱਚੋਂ ਚਲੀ ਜਾਂਦੀ ਹੈ, ਅਸਲ ਦੇ ਵਿੱਚ ਤੇ ਸਮਝ ਉਦੋਂ ਹੀ ਨਾ, ਜਦੋਂ ਅਸੀਂ ਕਿਸੇ ਚੀਜ਼ ਨੂੰ ਨਾ, ਵਸਤੂ ਨੂੰ, ਉਹਦੇ ਮੁੱਲ ਨੂੰ ਨਹੀਂ ਜਾਣਦੇ ਤੇ ਅਸੀਂ ਨਾ ਬੜਾ ਹੌਲੇ ਜੇ ਭਾਅ ਉਹ ਵਸਤੂ ਸੁੱਟ ਦਿੰਨੇ ਆ। ਜਦੋਂ ਅਸੀਂ ਸੁੱਟੀ ਹੌਲੇ ਜੇ ਭਾਅ ਉਹ ਵਸਤੂ ਨੂੰ ਲੈਣ ਵਾਲੇ ਨੇ ਉਹਦਾ ਮੁੱਲ ਜਾਣਦੇ ਨੇ, ਬੜੀ ਬੇਸ਼ੁਮਾਰ ਕੀਮਤੀ ਰੱਖ ਲਈ। ਤੇ ਫਿਰ ਅਸੀਂ ਮੱਥੇ ਤੇ ਹੱਥ ਮਾਰਦੇ ਵੀ ਹੈ ਤੇ ਮੇਰੀ ਹੋਈ ਸੀ ਨਾ, ਵਸਤੂ ਤੇ ਮੇਰੀ ਹੋਈ ਸੀ, ਪਰ ਅੱਜ ਮੇਰੇ ਕੋਲ ਹੈ ਨਹੀਂ। ਇਸੇ ਤਰ੍ਹਾਂ ਮਨੁੱਖਾ ਜੀਵਨ ਦਾ ਮੁੱਲ ਨਾ ਜਾਣਦਿਆਂ ਹੋਇਆਂ ਲੰਘਾ ਤੇ ਲਈਦਾ। ਜਦੋਂ ਲੰਘ ਜਾਂਦਾ, ਲੰਘੇ ਹੋਏ ਜੀਵਨ ਤੇ ਫਿਰ ਪਛਤਾਵਾ ਆਉਂਦਾ ਵੀ ਜ਼ਿੰਦਗੀ ਤੇ ਸਾਡੀ ਹੋਈ ਸੀ, ਅਸੀਂ ਲੰਘਾ ਲਈ, ਹੈ ਤੇ ਸਾਡੀ ਸੀ ਨਾ, ਅਸੀਂ ਰੰਗ ਮਾਣ ਨਹੀਂ ਸਕੇ। ਜੇ ਮਸਤਕ ਦੇ ਭਾਗ ਚੰਗੇ ਹੁੰਦੇ ਤੇ ਰੰਗ ਮਾਣਦੇ, ਪਰ ਸਾਡੇ ਮਸਤਕ ਦੇ ਭਾਗ ਹੀ ਅਸੀਂ ਮੰਦੇ ਲਿਖੇ ਤੇ ਰੰਗ ਕਿੱਥੋਂ ਮਾਣਾਂਗੇ? ਮਸਤਕ ਦੇ ਭਾਗ ਲਿਖ ਅਸੀਂ ਹੀ ਰਹੇ ਆ, ਸਾਡੇ ਮੱਥੇ ਦੀਆਂ ਲੀਕਾਂ ਅਸੀਂ ਆਪ ਲਿਖ ਰਹੇ, ਕੋਈ ਦੂਜਾ ਨਹੀਂ ਲਿਖ ਰਿਹਾ, ਅਸੀਂ ਆਪ ਲਿਖ ਰਹੇ ਆ। ਤੇ ਉਹ ਮੱਥੇ ਦੀਆਂ ਲੀਕਾਂ ਲਿਖ ਕਿੱਦਾਂ ਦੀਆਂ ਰਹੇ ਆ? ਜੋ ਕੁਝ ਸੰਸਾਰ ਵਿੱਚ ਹੋ ਰਿਹਾ ਉਹ ਸਾਡੀਆਂ ਹੀ ਲਿਖੀਆਂ ਲੀਕਾਂ ਨੇ, ਅਸੀਂ ਵਾਹੀਆਂ। ਉਹ ਜਿੱਦਾਂ ਦੀਆਂ ਵਾਹ ਲੀਆਂ ਉਦਾਂ ਦੇ ਨਤੀਜੇ ਆ ਗਏ। ਜੇ ਉਹੀ ਕਿਤੇ ਕਰਮ ਤੇ ਜੀਵਨ ਉੱਚਾ ਤੇ ਸੁੱਚਾ ਰੱਖਿਆ ਹੁੰਦਾ, ਮੱਥੇ ਦੀਆਂ ਲੀਕਾਂ ਚੰਗੀਆਂ ਨਾ ਹੁੰਦੀਆਂ। ਪਰ ਅਸੀਂ ਨਾ ਜਦੋਂ ਸਾਡੇ ਕੀਤੇ ਕਰਮਾਂ ਦਾ ਨਤੀਜਾ ਸਾਡੇ ਸਾਹਮਣੇ ਆਉਂਦਾ ਨਾ, ਉਦੋਂ ਸਾਨੂੰ ਚੇਤੇ ਆਉਂਦਾ ਵੀ ਮੈਂ ਐਸਾ ਕੀ ਮਾੜਾ ਕਰਤਾ ਵੀ ਮੈਨੂੰ ਆਹ ਕੁਝ ਵੇਖਣਾ ਪੈ ਰਿਹਾ। ਸੱਜਣਾ, ਜਦੋਂ ਕਰ ਰਿਹਾ ਸੀ ਉਦੋਂ ਸੋਚਦਾ ਵੀ ਇਹਦਾ ਨਤੀਜਾ ਕੀ ਨਿਕਲਣਾ, ਇਹਦਾ ਰਿਜ਼ਲਟ ਕੀ ਹੈ।
ਇਸ ਲਈ ਗੁਰੂ ਸਾਹਿਬ ਜੀ ਨੇ ਅੱਜ ਇਸ ਅਮੋਲਕ ਜੀਵਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਅਮੋਲਕ ਨਾਮ ਦਾ ਜ਼ਿਕਰ ਕੀਤਾ ਤੇ ਨਾਲ ਆਖਿਆ, ਜਿਨ੍ਹਾਂ ਭਾਗ ਮਤਾਹੇ ਸੇ ਨਾਨਕ ਹਰ ਰੰਗ ਮਾਣ ਦੋ। ਹੇ ਨਾਨਕ ਜੀ, ਰੱਬ ਜੀ ਦੇ ਰੰਗ ਨੂੰ ਓਨਾ ਹੀ ਮਾਣਿਆ ਜਿਨ੍ਹਾਂ ਦੇ ਕਰਮ ਤੇ ਜਿਨ੍ਹਾਂ ਦੇ ਭਾਗ ਚੰਗੇ ਹਨ। ਸ਼ੰਤ ਕਹਤੇ ਪਵਿੱਤਰ, ਸੁਨਤੇ ਸਭ ਧਨ, ਲਿਖਤੀ ਕੁਲ ਤਾਰਿਆ ਜਿਉ। ਜਿਨ ਕੋ ਸਾਧੂ ਸੰਗ, ਨਾਮ ਹਰ ਰੰਗ, ਤਿਨੀ ਬ੍ਰਹਮ ਵਿਚਾਰਿਆ ਜਿਉ। ਖਿਆਲ ਰੱਖਿਓ, ਕਾਗਜ਼ ਇੱਕੋ ਹੀ ਹੈ, ਕਲਮ ਵੀ ਇੱਕੋ, ਸਿਆਹੀ ਇੱਕੋ। ਮਤਲਬ ਇਹ ਹੈ ਵੀ ਜਿਸ ਤਰੀਕੇ ਨਾਲ ਕਾਗਜ਼ ਬਣਦਾ, ਕਾਗਜ਼ ਉਸੇ ਢੰਗ ਨਾਲ ਹੀ ਬਣਨਾ, ਚਾਹੇ ਕੋਈ ਹੋਵੇ। ਤੇ ਜਿਹੜੀ ਕਲਮ ਹੈ ਉਹ ਜਿਸ ਢੰਗ ਨਾਲ ਬਣਦੀ ਆ ਉਸੇ ਤਰ੍ਹਾਂ ਬਣਨੀ, ਸਿਆਹੀ ਵੀ ਉਸੇ ਤਰ੍ਹਾਂ ਬਣਨੀ। ਹਾਂ, ਇਹ ਫਰਕ ਹੋ ਸਕਦਾ ਵੀ ਕਿਸੇ ਦੀ ਸਿਆਹੀ ਜ਼ਿਆਦੀ ਹੋਵੇ, ਕਿਸੇ ਦੀ ਘੱਟ ਹੋਵੇ, ਕਿਸੇ ਦਾ ਕਾਗਜ਼ ਮੋਟਾ ਹੋਵੇ ਤੇ ਕਿਸੇ ਦਾ ਪਤਲਾ ਹੋਵੇ, ਕਿਸੇ ਦੇ ਪੇਪਰ ਦੀ ਕੁਆਲਿਟੀ ਵਧੀਆ ਹੋਵੇ ਤੇ ਕਿਸੇ ਦੀ ਮਾੜੀ ਹੋਵੇ, ਪਰ ਬਣਿਆ ਇੱਕੋ ਤਰੀਕੇ ਨਾਲ ਹੀ ਹੈ। ਪਰ ਫਰਕ ਕਿੱਥੇ ਪੈਂਦਾ? ਇੱਕ ਕਾਗਜ਼ ਉਹ ਹੈ ਜਿਹਦੇ ਉੱਤੇ ਗਿਆਨ ਨਹੀਂ, ਜਿਹਦੇ ਉੱਤੇ ਸੋਝੀ ਨਹੀਂ, ਜਿਹਦੇ ਉੱਤੇ ਚੰਗਾ ਲਿਖਣ ਦੀ ਬਜਾਏ ਮੰਦਾ ਹੀ ਲਿਖਿਆ ਹੋਵੇ, ਉਹ ਕਾਗਜ਼ ਪਿਆ ਜਿੱਥੇ ਮਰਜ਼ੀ ਰੁਲੀ ਜਾਏ। ਕਦੇ ਪਰਵਾਹ ਕੀਤੀ ਕਿਸੇ ਨੇ? ਉਹਦੇ ਉੱਪਰਲੇ ਲਿਖੇ ਸਿਆਹੀ ਜਿਹੜੀ ਵਰਤੀ ਹੋਈ ਸਿਆਹੀ, ਉਹਦੀ ਪਰਵਾਹ ਕੀਤੀ ਹੋਵੇ ਕਿਸੇ ਨੇ ਵੀ ਨਾ ਭਾਈ ਸਿਆਹੀ ਲੱਗੀ ਇਹਦੇ ਤੇ, ਇਹ ਕਾਗਜ਼ ਸੁੱਟਣਾ ਨਹੀਂ। ਹੁਣ ਦੂਜੇ ਪਾਸੇ ਆ ਜਾਓ, ਕਾਗਜ਼ ਉਸੇ ਤਰ੍ਹਾਂ ਦਾ ਹੀ ਹੈ, ਕਲਮ ਉਸੇ ਤਰ੍ਹਾਂ ਦੀ, ਸਿਆਹੀ ਉਸੇ ਤਰ੍ਹਾਂ ਦੀ ਹੈ, ਪਰ ਇੱਕ ਦੇ ਉੱਤੇ ਕੋਈ ਭਲਾ ਅੱਖਰ, ਗਿਆਨ ਵਾਲਾ ਅੱਖਰ, ਸੋਝੀ ਵਾਲਾ ਅੱਖਰ, ਜਾਂ ਇਉਂ ਕਹਿ ਲਈਏ ਕਿਤੇ ਗੁਰਬਾਣੀ ਦਾ ਸ਼ਬਦ ਰੂਪ, ਧਾਰਮਿਕ ਗ੍ਰੰਥ ਦਾ ਸ਼ਬਦ ਰੂਪ ਲਿਖਿਆ ਹੋਵੇ, ਉਹ ਪੇਪਰ ਰੱਖਦੇ ਸਾਂਭ ਕੇ ਕਿ ਨਹੀਂ? ਕਾਗਜ਼ ਤੇ ਉਦਾਂ ਹੀ ਬਣਿਆ ਨਾ, ਸਿਆਹੀ ਵੀ ਉਦਾਂ ਹੀ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਹਿਤੇ ਪਵਿੱਤਰ, ਕਹਿਣ ਵਾਲੇ ਪਵਿੱਤਰ ਨੇ, ਸੁਣਤੇ ਸਭ ਧਨ, ਜਿਹੜੇ ਸੁਣਨ ਵਾਲੇ ਨੇ ਉਹ ਵੀ ਧਨ ਨੇ। ਹੁਣ ਇੱਥੇ ਦੋਵਾਂ ਵਿੱਚ ਖਿਆਲ ਰੱਖਿਓ, ਕਹਿਣ ਵਾਲੇ ਜੋ ਹਿਰਦੇ ਵਿੱਚ ਹੈ ਉਹੀ ਜ਼ੁਬਾਨ ਤੋਂ ਆਖਣ, ਜਾਂ ਜੋ ਜ਼ੁਬਾਨ ਤੇ ਹੈ ਉਹੀ ਹਿਰਦੇ ਵਿੱਚ ਹੋਵੇ, ਉਹ ਪਵਿੱਤਰ ਨੇ। ਇਹ ਨਹੀਂ ਵੀ ਜਿਹੜਾ ਜਿਨ ਮਨ ਹੋਰ ਮੁਖ ਹੋਰ, ਉਹ ਕਰਮ ਨਾ ਹੋਵੇ। ਜ਼ੁਬਾਨ ਤੋਂ ਬੜੇ ਭਲੇ ਹੋਣ ਤੇ ਹਿਰਦੇ ਵਿੱਚ ਕਪਟ ਭਰਿਆ ਹੋਵੇ, ਕੂੜ ਭਰਿਆ ਹੋਵੇ, ਨਹੀਂ। ਤੇ ਸੁਣਨ ਵਾਲੇ ਮਤਲਬ ਜੋ ਕੰਨਾਂ ਨਾਲ ਸੁਣਿਆ ਉਹ ਜੀਵਨ ਵਿੱਚ ਵੀ ਹੈ। ਜੇ ਭਲਾ ਲਫ਼ਜ਼ ਸੁਣ ਰਹੇ ਨੇ, ਭਲਾਈ ਦਾ ਗੁਰੂ ਕੇ ਗਿਆਨ ਨੂੰ ਸੁਣ ਰਹੇ ਤੇ ਜੀਵਨ ਵਿੱਚ ਗੁਰਬਾਣੀ ਹੋਵੇ, ਉਹ ਧਨ ਨੇ। ਲਿਖਤੀ ਕੁੱਲ ਤਾਰਿਆ, ਤੇ ਕਹਿੰਦੇ ਲਿਖਤੀ ਮਤਲਬ ਲਿਖਣ ਵਾਲਾ। ਹੁਣ ਜਿਹੜਾ ਲਿਖਣ ਵਾਲਾ ਉਹਨੇ, ਉਹ ਵੀ ਧਨ ਹੋ ਗਿਆ, ਉਹਨੇ ਵੀ ਆਪਣਾ ਕੁੱਲ ਜਿਹੜਾ ਉਹਨੂੰ ਤਾਰ ਲਿਆ। ਹੁਣ ਲਿਖਣ ਵਾਲਾ ਧਨ ਕਿਵੇਂ ਹੋਇਆ, ਕੁੱਲ ਕਿਵੇਂ ਤਾਰਿਆ? ਮਤਲਬ ਜੋ ਲਿਖ ਰਿਹਾ ਉਹ ਕਮਾ ਰਿਹਾ। ਜੋ ਲਿਖ ਰਿਹਾ ਨਾ, ਉਹ ਕਮਾਇਆ ਉਹਨੇ ਪਹਿਲੋਂ। ਜਾਂ ਇਉਂ ਕਹਿ ਲਓ ਵੀ ਲਿਖ ਕੇ ਕਮਾ ਰਿਹਾ ਤੇ ਉਹ ਕੁੱਲ ਤਾਰਿਆ। ਕਹਿਣ ਵਾਲਾ ਕਹੀ ਜਾਏ, ਜੀਵਨ ਵਿੱਚ ਹੋਵੇ ਕੋਈ ਨਾ, ਸੁਣਨ ਵਾਲਾ ਸੁਣੀ ਜਾਏ, ਮਨ ਵਿੱਚ ਹੋਵੇ ਕੋਈ ਨਾ, ਲਿਖਣ ਵਾਲਾ ਦਿਨ ਰਾਤ ਕਾਗਜ਼ ਲਿਖੀ ਜਾਏ, ਜੀਵਨ ਵਿੱਚ ਹੋਵੇ ਕੋਈ ਨਾ। ਧਨ ਵਿਖਾਓ ਕਿੱਥੋਂ ਬਣਦਾ ਹੈ? ਗੱਲਾਂ ਕਰਨ ਵਾਲੇ ਨੇ ਜ਼ੁਬਾਨ ਨਾਲ ਗੱਲਾਂ ਕੀਤੀਆਂ ਭਲਾਈ ਦੀਆਂ, ਤੇ ਆਪ ਕਦੇ ਭਲਾਈ ਕੀਤੀ ਨਾ ਹੋਵੇ, ਅਸੀਂ ਧਨ ਕਹਿ ਦਾਂਗੇ? ਸੁਣਨ ਵਾਲਾ ਬਾਤਾਂ ਸੁਣੇ ਭਲਾਈ ਦੀਆਂ, ਇਨਸਾਨੀਅਤ ਦੀਆਂ, ਤੇ ਇਨਸਾਨੀਅਤ ਕਦੇ ਕਮਾਈ ਨਾ ਹੋਵੇ, ਅਸੀਂ ਕਹਿ ਦਾਂਗੇ ਵੀ ਬੰਦਾ ਬੜਾ ਭਲਾ। ਤੇ ਲਿਖਣ ਵਾਲਾ ਗਿਆਨ ਦੀਆਂ ਗੱਲਾਂ ਲਿਖੀ ਚੱਲੇ, ਆਪਣੀ ਜ਼ਿੰਦਗੀ 'ਚ ਇੱਕ ਵੀ ਨਾ ਕਮਾਈ ਹੋਵੇ, ਤੇ ਕਹਿ ਦਾਂਗੇ ਵੀ ਬੜਾ ਭਲਾ ਭਾਈ, ਇਹਨੇ ਤੇ ਪਰਿਵਾਰ ਵੀ ਆਪਣਾ ਤਾਰ ਲਿਆ। ਨਹੀਂ,
ਹੁਣ ਜੇ ਉਹੀ ਚੀਜ਼ਾਂ ਜੀਵਨ ਵਿੱਚ ਹੋਣ, ਆਖਾਂਗੇ ਵੀ ਨਹੀਂ ਜੋ ਜ਼ੁਬਾਨ ਤੋਂ ਹੈ ਭਾਈ ਉਹੀ ਇਹਦੀ ਜ਼ਿੰਦਗੀ 'ਚ ਹੈ। ਜੋ ਇਹ ਸੁਣ ਰਿਹਾ ਨਾ ਉਹ ਆਪਣੇ ਜੀਵਨ ਵਿੱਚ ਕਮਾਉਂਦਾ ਵੀ ਹੈ। ਜੋ ਲਿਖ ਰਿਹਾ ਨਾ ਪਹਿਲਾਂ ਉਹਨੂੰ ਕਮਾ ਕੇ ਆਇਆ ਫਿਰ ਲਿਖ ਰਿਹਾ। ਹੁਣ ਸਤਿਗੁਰੂ ਜੀ ਦੀ ਬਾਣੀ ਪੜੋ। ਮਾਲਕ ਕਹਿੰਦੇ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜਾਂ ਜਦੋਂ ਗੁਰੂ ਅਮਰਦਾਸ ਸਾਹਿਬ ਨੂੰ ਪੜਿਆ, ਉਹ ਪਾਤਸ਼ਾਹ ਜੀ ਨੇ ਜ਼ਿਕਰ ਕਰਦੇ ਆਖਿਆ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ। ਕੀ ਅਸੀਂ ਵੇਖਿਆ ਵੀ ਸਤਿਗੁਰ ਭਰਪੂਰ ਹੈ, ਪੂਰਿਆ ਹੋਇਆ ਸਾਰੀਆਂ ਥਾਵਾਂ ਤੇ? ਕਿ ਸਾਡੀ ਬੇਨਤੀ ਇਹ ਹੈ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵੀ ਬੇਨਤੀ ਹੈ ਮੇਰੀ ਵੀ ਮੈਂ ਵੀ ਕਿਤੇ ਗੁਰੂ ਚਰਨਾਂ ਨਾਲ ਜੁੜ ਜਾ। ਕਿ ਸਾਡੀ ਬੇਨਤੀ ਇਹ ਹੈ, ਮੇਰੀ ਬੇਨਤੀ 'ਚ ਤੇ ਲਿਸਟ ਹੀ ਬੜੀ ਲੰਮੀ ਆ ਜਾਂਦੀ ਵੀ ਰੱਬਾ ਆ ਵੀ ਚਾਹੀਦਾ, ਆ ਵੀ ਵਸਤੂ ਲੋੜੀਂਦੀ ਹੈ, ਆ ਪਦਾਰਥ ਮਿਲ ਜਾਏ ਤੇਰਾ ਸ਼ੁਕਰ ਹੋਏਗਾ। ਕਿੱਡੀ ਲੰਮੀ ਲਿਸਟ ਬਣ। ਇੱਕ ਵੀ ਲਫ਼ਜ਼ ਇਹ ਨਹੀਂ ਵੀ ਸਤਿਗੁਰੂ ਮੈਂ ਤੇਰੇ ਚਰਨਾਂ ਨਾਲ ਜੁੜਨਾ ਚਾਹੁੰਦਾ, ਇੱਕ ਵੀ ਲਫ਼ਜ਼ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਗੁਰੂ ਕੋਲੋਂ ਮੰਗਣਾ ਨਹੀਂ, ਰੱਬ ਕੋਲੋਂ ਮੰਗਣਾ ਨਹੀਂ, ਮੰਗਣਾ ਹੈ। ਪਰ ਜਿੱਥੇ ਵਸਤੂਆਂ ਪਦਾਰਥ ਮੰਗੀ ਜਾ ਰਹੇ ਆ, ਤੇ ਕੀ ਉੱਥੇ ਅਸੀਂ ਹੱਥ ਜੋੜ ਕੇ ਇਹ ਨਹੀਂ ਕਹਿ ਸਕਦੇ ਵੀ ਮਾਲਕ ਜੀਓ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਅਸੀਂ ਤੇਰੇ ਕੋਲੋਂ ਤੇਰੀ ਯਾਦ ਤੇ ਤੇਰਾ ਚਿੰਤਨ ਵੀ ਚਾਹੁੰਦੇ ਆ? ਕੀ ਇਹ ਨਹੀਂ ਮੰਗ ਸਕਦੇ? ਲਿਖਣ ਵਾਲੇ ਨੇ ਕੁੱਲ ਤਾਰ ਲਈ, ਸੁਣਨ ਵਾਲਾ ਵੀ ਧਨ ਹੋ ਗਿਆ, ਕਹਿਣ ਵਾਲਾ ਵੀ ਪਵਿੱਤਰ ਹੈ। ਪਰ ਤਾਂ ਜੇ ਕਿਤੇ ਉਹ ਸਾਰੇ ਲਿਖੇ ਨੂੰ, ਸੁਣੇ ਨੂੰ, ਕਹੇ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ ਹੋਵੇ। ਕਮਾਉਣਾ ਜ਼ਰੂਰੀ ਹੈ। ਕਹਿਣਾ, ਸੁਣਨਾ, ਲਿਖਣਾ ਹੋ ਸਕਦਾ ਨਾ ਆਵੇ। ਲਿਖਣਾ ਤੇ ਤਾਂ ਆਏਗਾ ਜੇ ਲਿਖਣਾ ਸਿੱਖਾਂਗੇ, ਕਹਿਣਾ ਤਾਂ ਆਏਗਾ ਜੇ ਆਖਣਾ ਸਿੱਖਾਂਗੇ। ਸੁਣਨ ਦਾ ਵੀ ਹੋ ਸਕਦਾ ਵੀ ਸਾਡੇ ਕੋਲ ਸੁਣਨ ਦੀ ਸਮਰੱਥਾ ਹੀ ਨਾ ਹੋਵੇ, ਪਰ ਜੇ ਕਮਾ ਲਿਆ ਜੀਵਨ ਵਿੱਚ, ਹੁਣ ਲਿਖਣ ਵਾਲਾ ਤੇ ਤਾਂ ਹੀ ਲਿਖਣ ਜੇ ਉਹਨੇ 4 ਅੱਖਰ ਸਿੱਖੇ ਹੋਣਗੇ। ਤੇ ਜਿਹਨੂੰ ਲਿਖਣ ਦੀ ਜਾਚ ਹੀ ਨਹੀਂ ਹੈ, ਉਹ ਮੰਨ ਲਓ ਵੀ ਮੈਂ ਲਿਖ ਨਹੀਂ ਸਕਦਾ, ਪਰ ਹਾਂ ਜੋ ਤੁਸੀਂ ਆਖ ਰਹੇ ਹੋ ਇਹਦੇ ਅਨੁਸਾਰ ਹੀ ਜਿਉ ਸਕਦਾ। ਉਹ ਧਨ ਹੈ ਕਿ ਨਹੀਂ? ਜਿਹੜਾ ਆਖਣ ਵਾਲਾ ਉਹ ਕਹਿੰਦਾ ਮੈਨੂੰ ਕਹਿਣ ਦਾ ਤਰੀਕਾ ਨਹੀਂ ਹੈ, ਮੈਨੂੰ ਕਹਿਣਾ ਨਹੀਂ ਆਉਂਦਾ, ਕਿਵੇਂ ਬੋਲਣ। ਕਈ ਵਾਰੀ ਹੁੰਦੀ ਨਾ ਐਸੀ ਗੱਲ ਵੀ ਆਪਾਂ ਸਹਿਜ ਸੁਭਾਅ ਕਹਿ ਦਿੰਦੇ ਵੀ ਮੈਨੂੰ ਆਖਣਾ ਨਹੀਂ ਆ ਰਿਹਾ, ਮੈਂ ਤੈਨੂੰ ਕੀ ਕਹਿਣਾ ਚਾਹੁੰਦਾ। ਪਰ ਹਾਂ ਜੋ ਆਖਣਾ ਚਾਹੁੰਦਾ ਉਹ ਮੈਂ ਜ਼ਿੰਦਗੀ 'ਚ ਕਮਾ ਰਿਹਾ, ਜੀਵਨ 'ਚ ਕਮਾ ਰਿਹਾ, ਮੈਂ ਧੰਨ ਹੈ ਉਹ। ਤੇ ਫਿਰ ਨਾਲ ਸਾਹਿਬ ਜੀ ਆਖਦੇ, ਕਹਿੰਦੇ ਜਿਨ ਕਉ ਸਾਧੂ ਸੰਗ, ਹੁਣ ਜਿਹੜੇ ਗੁਰੂ ਦੇ ਸੰਗ ਵਿੱਚ ਆ ਗਏ, ਨਾਮ ਹਰ ਰੰਗ, ਉਹਨਾਂ ਨੇ ਰੱਬ ਜੀ ਦੇ ਨਾਮ ਰੰਗ ਨੂੰ ਹਾਸਲ ਕਰ ਲਿਆ ਜਾਂ ਨਾਮ ਦੀ ਰੰਗਤ ਆਪਣੇ ਜੀਵਨ ਵਿੱਚ ਲੈ ਲਈ। ਤਿੰਨੀ ਬ੍ਰਹਮ ਵਿਚਾਰਿਆ ਜੀਓ, ਉਹਨਾਂ ਨੇ ਬ੍ਰਹਮ ਦੀ ਵਿਚਾਰ ਪਾ ਲਈ। ਬ੍ਰਹਮ ਮਤਲਬ ਪਰਮੇਸ਼ਵਰ, ਉਹਨਾਂ ਨੇ ਰੱਬ ਦੀ ਵਿਚਾਰ ਨੂੰ ਹਾਸਲ ਕਰ ਲਿਆ। ਰੱਬ ਦੀ ਵਿਚਾਰ ਹਾਸਲ ਕਰਨ ਤੋਂ ਭਾਵ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਆਪਣੇ ਜੀਵਨ ਅੰਦਰ ਧਾਰਨ ਕਰ ਲਿਆ, ਰੱਬ ਜੀ ਨੂੰ ਆਪਣੇ ਜੀਵਨ ਵਿੱਚ ਹਾਸਲ ਕਰ ਲਿਆ। ਪਰ ਉਹਨਾਂ ਨੇ ਜਿਨ ਕਉ ਸਾਧੂ ਸੰਗ, ਨਾਮ ਹਰ ਰੰਗ। ਬਾਪੂ ਜੀ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕਹਿ। ਪਹਿਲੋਂ ਆਪਣਾ ਆਪਾਂ ਰੰਗਣਾ ਪਏਗਾ ਨਾ, ਤਾਂ ਹੀ ਤੇ ਉਹ ਕੰਤ, ਉਹ ਪਰਮੇਸ਼ਵਰ ਮਿਲੇਗਾ। ਗੁਰੂ ਦਾ ਸੰਗ, ਇਉਂ ਕਹਿ ਸਕਦੇ ਹਾਂ ਕਿ ਗੁਰੂ ਕੇ ਸੰਗ ਵਿੱਚ ਆ ਕੇ ਹੀ ਚੋਲਾ ਰੰਗਿਆ ਜਾਂਦਾ। ਜਦੋਂ ਚੋਲਾ ਰੰਗਿਆ ਗਿਆ, ਰਤਿਆ ਗਿਆ, ਕੰਤ ਤਿੰਨਾ ਕੈ ਪਾਸ, ਨਾਮ ਹਰ ਰੰਗ, ਨਾਮ ਜੀ ਦਾ ਰੰਗ ਚੜ ਗਿਆ। ਤੇ ਫਿਰ ਸਾਹਿਬ ਕਹਿੰਦੇ ਤਿੰਨੀ ਬ੍ਰਹਮ ਵਿਚਾਰਿਆ ਜੀਓ, ਉਹਨਾਂ ਨੇ ਬ੍ਰਹਮ ਹਾਸਲ ਕਰ ਲਿਆ। ਤੇ ਉੱਥੇ ਕਹਿੰਦੇ
ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਫਿਰ ਨਾਲ ਜ਼ਿਕਰ ਕੀਤਾ, ਆਪੇ ਸਾਜੇ, ਸਾਡੇ ਵੱਸ ਦੀ ਨਹੀਂ, ਆਪੇ ਰੰਗੇ, ਉਹ ਆਪ ਕਿਤੇ ਕਿਰਪਾ ਕਰਦੇ, ਆਪੇ ਹੀ ਰਾਵੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਪਰ ਅਫਸੋਸ ਇਸ ਗੱਲ ਦਾ ਵੀ ਸਾਡੇ ਅਜੇ ਹਿਰਦੇ ਰੂਪੀ ਚੋਗੇ, ਹਿਰਦੇ ਰੂਪੀ ਚੋਲੇ ਜਿਹੜੇ ਨੇ ਉਹ ਅਜੇ ਨਾਮ ਰੰਗ ਵਿੱਚ ਰੰਗੇ ਨਹੀਂ ਗਏ। ਜੇ ਕਿਤੇ ਰੰਗੇ ਜਾਂਦੇ ਫਿਰ ਅਕਾਲ ਪੁਰਖ ਪਰਮੇਸ਼ਵਰ ਜੀ ਪ੍ਰਸੰਨ ਹੁੰਦੇ, ਸਾਨੂੰ ਮਿਲ ਜਾਂਦੇ, ਔਰ ਜੀਵਨ ਵਿੱਚ ਜੇ ਕਿਤੇ ਸਾਡੇ ਕੋਲ ਗਿਆਨ ਹੁੰਦਾ, ਫਿਰ ਜ਼ਿੰਦਗੀ ਅੰਦਰ ਨਾਮ ਦੀ ਰੰਗਤ ਚੜ੍ਹਦੀ। ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ, ਕਰ ਗਹਿ ਲੀਨੇ ਹਰ ਜਸੋ ਦੀਨੇ, ਜੋਨ ਨਾ ਤਾਵੈ ਨਹਿ ਮਰੀ। ਜਿਨੇ ਬ੍ਰਹਮ ਨੂੰ ਵਿਚਾਰਿਆ, ਕਹਿੰਦੇ ਬ੍ਰਹਮ ਵਿਚਾਰਿਆ, ਬ੍ਰਹਮ ਵਿਚਾਰਨ ਵਾਲੇ ਜਨਮ ਸਵਾਰਿਆ, ਜਨਮ ਸਵਾਰ ਕੇ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਸਵਰਿਆ ਜਨਮ। ਅਕਾਰਥ ਦਾ ਮਤਲਬ ਵਿਅਰਥ, ਅਜਾਈ ਗਵਾ ਲਿਆ, ਸਵਾਰਿਆ ਨਹੀਂ ਉਜਾੜ ਲਿਆ। ਇੱਕ ਬੇਨਤੀ ਇੱਥੇ ਹੋਰ ਕਰਦਾ ਚੱਲਾਂ, ਅਸੀਂ ਨਾ ਆਪਣੇ ਮਨਾਂ ਨੂੰ ਉਜਾੜ ਕੇ, ਮਨਾਂ ਨੂੰ ਉਜਾੜ ਕੇ ਜ਼ਿੰਦਗੀਆਂ ਵਸਾਉਣਾ ਚਾਹੁੰਦੇ ਹਾਂ। ਮਨ ਵਸਾ ਲੈਂਦੇ ਤੇ ਜ਼ਿੰਦਗੀਆਂ ਵਸ ਜਾਂਦੀਆਂ, ਉਜੜੇ ਮਨਾਂ ਨਾਲ ਜ਼ਿੰਦਗੀਆਂ ਨੂੰ ਕੀ ਵਸਾਵਾਂਗੇ। ਵਸਿਆ ਹੋਇਆ, ਜਿਵੇਂ ਆਪਾਂ ਕਹਿੰਦੇ ਅਸੀਂ ਆਪਣੇ ਘਰਾਂ ਵਿੱਚ ਵਸ ਰਹੇ ਹਾਂ, ਸਿਰਫ ਉਦਾਹਰਨ ਸੰਸਾਰਕ ਵਸਣਾ ਤੋਂ ਭਾਵੇਂ ਵੀ ਇੱਕ ਘਰ ਹੈ, ਇੱਕ ਪਰਿਵਾਰ ਹੈ, ਪਰਿਵਾਰ ਵਿੱਚ ਪ੍ਰਸੰਨਤਾ ਸਹਿਤ ਰਹਿ ਰਿਹਾ, ਖੁਸ਼ੀ ਨਾਲ ਰਹਿ ਰਿਹਾ, ਘਰ ਵਿੱਚ ਖੁਸ਼ੀ ਨਾਲ ਰਹਿ ਰਿਹਾ, ਉਹਨੂੰ ਕਹਿੰਦੇ ਇਹ ਵਸ ਰਿਹਾ ਭਾਈ। ਤੇ ਜਿਹੜਾ ਦਰ ਦਰ ਤੇ ਭਟਕਦਾ ਫਿਰੇ, ਤੁਰਿਆ ਫਿਰੇ, ਕਦੇ ਕਿਤੇ ਕਦੇ ਕਿਤੇ, ਟੱਬਰ ਨਾਲ ਬਣਦੀ ਕੋਈ ਨਾ ਹੋਵੇ, ਜ਼ਿੰਦਗੀ ਵਿੱਚ ਪ੍ਰਸੰਨਤਾ ਕੋਈ ਨਾ ਹੋਵੇ, ਕੀ ਇਹਦੇ ਉਜੜਿਆ ਹੋਇਆ। ਤੇ ਮਨ ਸਾਡਾ ਕੀ ਬਹਿੰਦਾ ਘਰੇ ਟੇਕੇ, ਕਿਤੇ ਬਣਦੀ ਕਿਸੇ ਨਾਲ, ਜਿਹਦੇ ਨਾਲ ਬਣਦੀ ਉਹ ਮਤਲਬ ਨੂੰ ਬਣਦੀ ਆ, ਬਿਨਾਂ ਮਤਲਬ ਤੋਂ ਨਹੀਂ ਬਣਦੀ। ਉਜੜਿਆ ਹੀ ਹੈ ਨਾ ਮਨ। ਮਨਾਂ ਨੂੰ ਉਜਾੜ ਕੇ ਜ਼ਿੰਦਗੀਆਂ ਵਸਾਉਣਾ ਚਾਹੁੰਦੇ ਆ, ਵਸ ਜਾਣਗੀਆਂ। ਇੱਕ ਬੰਦਾ ਜਿਹੜਾ ਘਰ ਟਿਕੇ ਨਾ, ਉਹ ਆਪਣਾ ਆਪਾ ਤੇ ਉਜਾੜੀ ਫਿਰਦਾ। ਜੇ ਕਿਤੇ ਕਿਸੇ ਨਾਲ ਉਹ ਬਹਿ ਜਾਏ ਤੇ ਜਿਹਦੇ ਨਾਲ ਬੈਠਾ ਨਾ, ਉਹਦੇ ਪਰਿਵਾਰ ਨੇ ਆ ਕੇ ਕਹਿਣਾ ਵੀ ਇਹ ਤੇ ਉਜੜਿਆ, ਤੈਨੂੰ ਵੀ ਉਜਾੜੇਗਾ, ਇਹਦੇ ਨਾਲ ਨਾ ਬੈਠਿਆ ਕਰ। ਤੇ ਹੁਣ ਅਸੀਂ, ਸਾਡੇ ਮਨ ਤੇ ਉਜੜੇ ਹੀ ਹੋਏ ਨੇ, ਤੇ ਜ਼ਿੰਦਗੀਆਂ ਇਸੇ ਮਨ ਪਿੱਛੇ ਲਾਈਆਂ, ਤੇ ਜ਼ਿੰਦਗੀਆਂ ਵਸ ਜਾਣਗੀਆਂ, ਉਜੜਨਗੀਆਂ ਹੀ ਨਾ। ਤੇ ਸਾਹਿਬ ਕੀ ਆਖਦੇ, ਕਹਿੰਦੇ ਬ੍ਰਹਮ ਵਿਚਾਰਿਆ, ਜਿੰਨੇ ਬ੍ਰਹਮ ਨੂੰ ਵਿਚਾਰ ਲਿਆ, ਬ੍ਰਹਮ ਜਿੰਨੇ ਵਿਚਾਰ ਲਿਆ, ਜਨਮ ਸਵਾਰਿਆ। ਅਗਲੇ ਤੇ ਸਵਾਰ ਕੇ ਚੱਲੇ ਨੇ ਜਨਮ, ਪਰ ਇਹ ਤਾਂ ਸਵਰਦਾ, ਕਹਿੰਦੇ ਪੂਰਨ ਕਿਰਪਾ ਪ੍ਰਭ ਕਰੀ। ਇਹ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ, ਮੇਰਾ ਮਨ ਵਸ ਗਿਆ। ਰੱਬ ਜੀ ਨੇ ਰਹਿਮਤ ਕੀਤੀ। ਤੇ ਇੱਕ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਹੈ ਬੜਾ ਪਿਆਰਾ। ਮਾਲਕ ਪਾਤਸ਼ਾਹ ਜੀ ਨਾ ਉੱਥੇ ਜ਼ਿਕਰ ਕਰਦਿਆਂ ਹੋਇਆਂ ਆਖਦੇ, ਕਹਿੰਦੇ ਜਿੱਥੇ ਕਿਤੇ ਅਸੀਂ ਵਸੇਬੇ ਦਾ ਕਾਰਨ, ਜਿੱਥੇ ਨਾ 4 ਘਰ ਬਣੇ ਹੋਣ ਸੀਗੇ ਨਾ, ਇੱਥੇ ਰਿਹਾਇਸ਼ੀ ਇਲਾਕਾ ਹੈ,
ਤੇ ਜਿੱਥੇ ਘਰ ਨਾ ਬਣੇ ਹੋਣਾ ਹੈ, ਖਾਲੀ ਬੀਆਬਾਨ ਹੋਵੇ ਹੀ ਨਹੀਂ, ਇਹ ਕਿੱਧਰ ਉਜਾੜ 'ਚ ਲੈ ਕੇ ਆ ਗਿਆ ਤੂੰ। ਹੁਣ ਜਦੋਂ ਸਤਿਗੁਰੂ ਜੀ ਕੀ ਬਾਣੀ ਪੜ੍ਹਦੇ ਆ ਤੇ ਮਾਲਕ ਪਾਤਸ਼ਾਹ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਵੀ ਜਿਸ ਜਗ੍ਹਾ ਦੇ ਉੱਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਹੈ, ਰੱਬ ਜੀ ਕੀ ਯਾਦ ਹੈ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਵਿੰਦਾ, ਸੇਈ ਨਗਰ ਉਜਾੜੀ ਜੀਓ। ਤੇ ਜਿਨ੍ਹਾਂ ਮਨਾਂ ਦੇ ਵਿੱਚ ਰੱਬ ਜੀ ਦੀ ਯਾਦ ਨਾ ਹੋਵੇ, ਉਹ ਕੀ ਹੈ? ਉਜਾੜ ਹੀ ਹੈ ਨਾ। ਤੇ ਜਿਸ ਜਨਮ ਵਿੱਚ ਰੱਬ ਜੀ ਦੀ ਯਾਦ ਨਾ ਹੋਵੇ, ਉਹ ਕੀ ਜਨਮ ਸਵਰਿਆ ਕਿ ਉਜਾੜਿਆ? ਉਜਾੜਿਆ ਹੀ ਹੈ। ਤੇ ਜਿੱਥੇ ਰੱਬ ਜੀ ਦਾ ਚਿੰਤਨ ਆ ਜਾਏ, ਸਾਹਿਬ ਕਹਿੰਦੇ ਸੇ ਅਸਥਲ ਸੋਇਨ ਚੁਬਾਰੇ, ਉਹ ਜੀਵਨ ਹੀ ਬੜਾ ਸੋਹਣਾ ਬਣ ਜਾਂਦਾ ਉਹਤੇ, ਤੇ ਜ਼ਿੰਦਗੀ ਬੜੀ ਸੋਹਣੀ ਬਣ ਜਾਂਦੀ। ਫਿਰ ਸਾਹਿਬ ਜੀ ਆਖਦੇ ਕਹਿੰਦੇ ਇਹ ਖੇਡ ਤਾਂ ਬਣੀ ਪੂਰਨ ਕਿਰਪਾ ਪ੍ਰਭ ਕਰੀ, ਜਦੋਂ ਰੱਬ ਜੀ ਨੇ ਰਹਿਮਤ ਕੀਤੀ। ਇਸੇ ਕਰਕੇ ਤੇ ਜਿਹੜਾ ਪਾਵਨ ਬਚਨ ਆਪਾਂ ਜ਼ਿਕਰ ਕੀਤਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਸਫਲ ਕਰਨਾ ਨਾ। ਆਹ ਤਰੀਕਾ ਵਰਤ ਲਾ, ਮਨਾ ਮੇਰਿਆ ਰੱਬ ਨੂੰ ਭਜ ਚੇਤੇ ਕਰ, ਪਰ ਕਿਸ ਢੰਗ ਨਾਲ? ਜਿਹੇ ਬਿਧ ਜਲ ਕਉ ਮੀਨ। ਪਰ ਤੂੰ ਕੀ ਕਰ ਰਿਹਾ? ਵਿਖਿਆਨ ਸਿਓ ਕਾਹੇ ਰਚਿਓ। ਤੂੰ ਤੇ ਜ਼ਹਿਰ, ਹੁਣ ਜ਼ਹਿਰ ਖਾਣ ਵਾਲਾ ਬੰਦਾ ਵਸ ਸਕਦਾ ਹੈ? ਸਤਿਗੁਰੂ ਕਹਿੰਦੇ ਤੇਰਾ ਜੀਵਨ ਵੇਖ ਕੇ ਤੇ ਮੈਨੂੰ ਹੈਰਾਨੀ ਆਉਂਦੀ ਹੈ, ਵਿਖਿਆਨ ਸਿਓ ਕਾਹੇ ਰਚਿਓ, ਨਿਮਖ ਨਾ ਹੋਵੇ ਉਦਾਸ। ਵੀ ਤੂੰ ਤੇ ਅੱਖ ਝਮਕਣ ਜਿੰਨੇ ਸਮੇਂ ਵਾਸਤੇ ਵੀ ਇਹਦੇ ਤੋਂ ਉਦਾਸੀ ਨਹੀਂ ਧਾਰਨ ਕੀਤੀ, ਜ਼ਹਿਰ ਛੱਡੀ ਨਹੀਂ ਤੂੰ ਤੇ। ਜੇ ਕਿਤੇ ਛੱਡ ਦਿੰਦਾ ਤੇ ਬਚ ਜਾਂਦਾ, ਜੇ ਜ਼ਹਿਰ ਭਖਦਾ ਰਿਹਾ ਤੇ ਸੱਜਣਾ ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਔਰ ਸਾਹਿਬ ਜੀ ਆਖੇ ਕਹਿੰਦੇ ਕਰ ਗਿਆ ਹੈ ਲੀਨੇ ਹਰ ਜਸੋ ਦੀਨੇ। ਰੱਬ ਜੀ ਨੇ ਨਾ ਸਾਨੂੰ ਆਪ ਗਫਲਤ ਵਿੱਚ ਪਿਆ ਹੋਇਆਂ ਨੂੰ, ਗਫਲਤ ਵਿੱਚ ਪਿਆ ਹੋਇਆਂ ਨੂੰ ਕਰ ਗਹਿ ਲੀਨੇ, ਹੱਥ ਫੜਾ ਕੇ ਰੱਖ ਲਿਆ। ਸਾਡਾ ਹੱਥ ਫੜ ਕੇ ਉਹਨੇ ਰੱਖ ਲਿਆ ਸਾਨੂੰ। ਤੇ ਫਿਰ ਇਹ ਨਹੀਂ ਵੀ ਇਕੱਲਾ ਰੱਖਿਆ ਹੀ ਹੈ, ਹਰ ਜਸੋ ਦੀਨੇ, ਉਹਨੇ ਰੱਬ ਜੀ ਦਾ ਜਸ ਵੀ ਦਿੱਤਾ ਵੀ ਲੈ ਮੈਂ ਤੈਨੂੰ ਕੱਲਾ ਮਰਦੇ ਨੂੰ ਬਚਾਇਆ ਨਹੀਂ, ਤੈਨੂੰ ਤੇਰੀ ਜ਼ਿੰਦਗੀ ਜਿਉਣ ਵਾਸਤੇ ਹੁਣ ਦਾਤ ਵੀ ਦੇ ਰਿਹਾ। ਤੇ ਮਾਲਕ ਕਹਿੰਦੇ ਜਦੋਂ ਕਿਤੇ ਆ ਜੀਵਨ ਇਦਾਂ ਦੀ ਖੇਡ ਬਣ ਜਾਏ ਨਾ, ਕਰ ਗਹਿ ਲੀਨੇ ਹਰ ਜਸੋ ਦੀਨੇ, ਉਹਨੇ ਹੱਥ ਫੜ ਕੇ ਰੱਖਿਆ ਵੀ ਨਾਲੇ ਜਸ ਵੀ ਦੇਤਾ। ਹੁਣ ਸਾਹਿਬ ਕਹਿੰਦੇ ਜ਼ਿੰਦਗੀ ਜੋਨ ਨਾ ਧਾਵੇ, ਹੁਣ ਉਹਨੂੰ ਭੱਜਣ ਦੀ ਲੋੜ ਨਹੀਂ ਹੈ। ਨਾ ਮਰੀ ਨਾ ਮਰਨ ਦੀ ਲੋੜ ਹੈ। ਜਾਂ ਇਉਂ ਕਹਿ ਲਈਏ ਨਾ ਉਹ ਜੂਨਾਂ ਵਿੱਚ ਧੌਂਦਾ ਤੇ ਨਾ ਮਰਦਾ। ਮਰਾਂਗੇ ਤੇ ਤਾਂ ਜੇ ਜੰਮਾਂਗੇ, ਜੇ ਜਿਉਂਦੇ ਹੋਵਾਂਗੇ ਤੇ ਮਰਾਂਗੇ। ਜਿਹੜਾ ਜਿਉਂਦਾ ਹੋਏਗਾ ਮਰੇਗਾ ਉਹੀ ਨਾ, ਮਰੇ ਨੂੰ ਕੀ ਮਾਰਾਂਗੇ। ਤੇ ਜਿਹੜੀ ਦਾਤ ਗੁਰੂ ਸਾਹਿਬ ਦੇ ਰਹੇ ਨੇ ਜਾਂ ਪਰਮੇਸ਼ਵਰ ਜੀ ਦੇ ਰਹੇ, ਉਹ ਕੀ ਕਹਿ ਰਹੇ? ਸ਼ਬਦ ਮਰੋ ਮਰ ਜਾ ਫਿਰ ਜੀਵੋ ਸਦਹੀ। ਜਿਹੜਾ ਸ਼ਬਦ ਰਾਹੀਂ ਮਰ ਗਿਆ, ਗਿਆਨ ਰਾਹੀਂ ਜਿਨੇ ਆਪਣਾ ਆਪਾ ਮਾਰ ਲਿਆ, ਕਹਿੰਦੇ ਫਿਰ ਜੀਵੋ ਸਦਹੀ, ਉਹ ਫਿਰ ਜਿਉਂਦਾ ਹੀ ਹੈ। ਤਾਂ ਫਿਰ ਮਰਨ ਨਾ ਹੋਈ, ਉਹ ਮੁੜ ਕੇ ਮਰਦਾ ਨਹੀਂ। ਹੁਣ ਮਰੇ ਹੋਏ ਨੂੰ ਕੀ ਮਾਰਾਂਗੇ? ਉਹਨੇ ਤੇ ਜ਼ਿੰਦਗੀ ਹੋਈ ਆਪਣੀ ਮਰ ਕੇ ਸ਼ੁਰੂ ਕੀਤੀ। ਸ਼ਬਦ ਦੇ ਰਾਹੀਂ ਆਪਣੇ ਆਪੇ, ਜਿਹਦਾ ਆਪਣਾ ਆਪਾ ਜਿਉਂਦਾ ਨਾ ਉਹ ਹੀ ਮਰਦਾ ਹੈ। ਜਿਨੇ ਆਪਣੇ ਆਪੇ ਨੂੰ ਖਤਮ ਕਰਕੇ ਅਧਿਆਤਮ ਦਾ ਰਾਹ ਚੁਣ ਲਿਆ, ਆਪਣੇ ਅਧਿਆਤਮ ਜੀਵਨ ਦੇ ਵਿੱਚ ਅਕਾਲ ਪੁਰਖ ਜੀ ਨਾਲ ਸਾਂਝ ਬਣਾ ਲਈ,
ਉਹ ਤੇ ਆਪਣੇ ਆਪੇ ਨੂੰ ਮਰਨ ਤੋਂ ਬਾਅਦ ਵਿੱਚ ਹੀ ਬਣੀ ਹੈ। ਉਹ ਐਸੀ ਸਾਂਝ ਬਣੀ, ਹੁਣ ਮਰਨ ਦੀ ਚਿੰਤਾ ਕੋਈ ਨਹੀਂ, ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਛੱਡ ਆਸ। ਹੁਣ ਇਸ ਤਰੀਕੇ ਨਾਲ ਉਹ ਜਿਉਂਦਾ, ਖੌਫ ਹੀ ਕੋਈ ਨਹੀਂ। ਤੇ ਅਸੀਂ ਤੇ ਜਿਉਣ ਦੀਆਂ ਲਾਲਸਾਵਾਂ ਲੈ ਕੇ ਬੈਠੇ, ਕਿਤੇ ਪਲ ਦੋ ਪਲ ਐਵੇਂ ਹੀ ਨਾ ਚਲੇ ਜਾਣ। ਲਾਲਸਾ ਹੀ ਸਾਡੀ ਜ਼ਿੰਦਗੀ ਵਿਚਲੀ ਇਤਨੀ ਵੱਧ ਚੁੱਕੀ ਹੈ। ਸਾਹਿਬ ਜੀ ਆਖਦੇ, ਕਹਿੰਦੇ ਉਹ ਨਾ ਹੁਣ ਜੂਨੀ ਵਿੱਚ ਪੈਂਦਾ ਹੈ ਤੇ ਨਾ ਹੀ ਉਹਨੂੰ ਭਟਕਣਾ ਪੈਂਦਾ। ਭਟਕਣਾ ਤੇ ਤਾਂ ਸੀ ਕਿਉਂਕਿ ਕਦੇ ਮਨ ਕਿਤੇ ਲੈ ਜਾਂਦਾ ਸੀ, ਕਦੇ ਕਿਤੇ। ਹੁਣ ਉਹੀ ਜਿਹੜਾ ਦਲਦਲ ਵਿੱਚ ਫਸਿਆ ਮਨ ਸੀ, ਗੁਰੂ ਨੇ ਉਹ ਬਾਹਰ ਕੱਢ ਲਿਆ। ਉਹ ਜਦੋਂ ਬਾਹਰ ਕੱਢ ਲਿਆ, ਉਹਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ, ਆਪਣੇ ਕਾਬੂ ਵਿੱਚ ਕਰ ਲਿਆ। ਹੁਣ ਉਹਨੂੰ ਕਿਸੇ ਪਾਸੇ ਜਾਣ ਹੀ ਨਹੀਂ ਦਿੰਦੇ। ਜਿੱਦਣ ਦਾ ਮਨ ਟਿਕਿਆ, ਉਦਣ ਦੀਆਂ ਜੂਨਾਂ ਕੱਟੀਆਂ ਗਈਆਂ। ਜਿੱਦਣ ਦਾ ਮਨ ਟਿਕਿਆ, ਉਦਣ ਦੀ ਭਟਕਣਾ ਮੁੱਕ ਗਈ। ਜਿਸ ਦਿਨ ਦਾ ਮਨ ਟਿਕਿਆ ਹੈ, ਉਸ ਦਿਨ ਤੋਂ ਮਰਨਾ ਵੀ ਮੁੱਕ ਗਿਆ। ਨਹੀਂ ਤੇ ਇੱਕ ਪਲ ਵਿੱਚ ਮਰਦੇ ਸਾਂ ਤੇ ਇੱਕ ਵਿੱਚ ਜਿਉਂਦੇ ਸਾਂ। ਮਰਨਾ ਕੇਵਲ ਇਹ ਨਹੀਂ ਵੀ ਆ ਸਰੀਰ ਮਰ ਗਿਆ ਤੇ ਹੀ ਮਰ ਗਏ, ਨਹੀਂ। ਆ ਵੇਖੋ ਹਾਂ ਜ਼ਿੰਦਗੀਆਂ ਵੱਲ ਝਾਤ ਮਾਰ ਕੇ ਕਿਵੇਂ ਮਨੁੱਖ ਆਪਣੀਆਂ ਦੁੱਖਾਂ ਕਰਕੇ, ਤਕਲੀਫਾਂ ਕਰਕੇ, ਆਪਣੀਆਂ ਸਹੇੜੀਆਂ ਵਿਪਤਾਵਾਂ ਕਰਕੇ ਮਰਦਾ ਪਲ ਪਲ ਕੇ ਨਹੀਂ। ਉਹ ਪਲ ਪਲ ਮਰਨਾ, ਪਲ ਬਾਅਦ ਮਰਨਾ, ਮਤਲਬ ਪਲ ਬਾਅਦ ਜਿਉਂਦਾ ਵੀ ਹੋ ਰਿਹਾ, ਫਿਰ ਮਰ ਰਿਹਾ, ਫਿਰ ਜਿਉਂਦਾ, ਫਿਰ ਮਰ ਰਿਹਾ। ਸਾਹਿਬ ਕਹਿੰਦੇ ਜਿਸ ਦਿਨ ਦਾ ਮਨ ਟਿਕਿਆ, ਗੁਰੂ ਨੇ ਉਪਕਾਰ ਕੀਤਾ, ਕਿਰਪਾ ਕੀਤੀ, ਮਨ ਟਿਕਾਇਆ। ਜਿਸ ਦਿਨ ਦਾ ਮਨ ਟਿਕਿਆ ਨਾ, ਉਸ ਦਿਨ ਤੋਂ ਮਰਨ ਦੀ, ਜੰਮਣ ਦੀ ਚਿੰਤਾ ਮੁੱਕ ਗਈ, ਭਟਕਣ ਦੀ ਚਿੰਤਾ ਮੁੱਕ ਗਈ। ਕਿਉਂਕਿ ਹੁਣ ਮੈਂ ਗੁਰੂ ਦੇ ਰਾਹੀਂ ਆਪਣਾ ਆਪਾ ਖਤਮ ਕਰਕੇ ਤੇ ਆਪਣੀ ਸਾਂਝ ਪਰਮੇਸ਼ਵਰ ਨਾਲ ਬਣਾਈ ਹੈ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ। ਕਥਨ ਨਾ ਜਾਏ ਅਕਥ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਜਿਹੜਾ ਜੀਵਨ ਉੱਜੜ ਚੁੱਕਾ ਸੀ ਗੁਰੂ ਤੋਂ ਬਿਨਾਂ, ਜਿਸ ਦਿਨ ਗੁਰੂ ਜੀ ਮਿਲੇ, ਸਤਿਗੁਰ ਦਇਆਲ, ਗੁਰੂ ਦਇਆਲੂ ਬਹੁਤ ਹੈ। ਕਿਰਪਾਲ, ਕਿਰਪਾਲੂ ਵੀ ਬਹੁਤ ਹੈ। ਭੇਟਤ, ਜਦੋਂ ਉਹਦੇ ਨਾਲ ਭੇਟ ਹੋਈ, ਭੇਟ ਤੋਂ ਭਾਵ ਮਿਲਣਾ। ਜਿਸ ਦਿਨ ਗੁਰੂ ਜੀ ਨਾਲ, ਦਇਆਲੂ ਗੁਰੂ ਜੀ ਨਾਲ, ਕਿਰਪਾਲੂ ਗੁਰੂ ਜੀ ਨਾਲ ਸਾਡੀ ਭੇਟ ਹੋਈ, ਅਸੀਂ ਮਿਲੇ, ਸਾਡਾ ਸੁੱਕਿਆ ਹੋਇਆ ਜੀਵਨ ਵੀ ਉਹਨੇ ਹਰਿਆ ਕਰਤਾ। ਸਾਡਾ ਉਜੜਿਆ ਹੋਇਆ ਜੀਵਨ ਵੀ ਉਹਨੇ ਵਸਾ ਦਿੱਤਾ। ਕਿਉਂਕਿ ਗੁਰੂ ਨੂੰ ਮਿਲਦਿਆਂ ਸਾਰ ਹੀ ਨਾ, ਗੁਰੂ ਨੇ ਸਭ ਤੋਂ ਪਹਿਲਾਂ ਕਰਮ ਕੀ ਕੀਤਾ? ਕਾਮ ਕ੍ਰੋਧ ਲੋਭ ਮਾਰਿਆ। ਇਹ ਖੇਤੀ ਉਜਾੜ ਰਹੇ ਸੀ, ਇਹੀ ਜ਼ਿੰਦਗੀ ਉਜਾੜ ਰਹੇ ਸੀ। ਕਾਮ ਨੇ ਕੀ ਕੀਤਾ? ਜੀਵਨ ਖਤਮ। ਕ੍ਰੋਧ ਨੇ ਕੀ ਕੀਤਾ? ਜ਼ਿੰਦਗੀ ਨੂੰ ਉਜਾੜਤਾ। ਲੋਭ ਕੀ ਕਰ ਰਿਹਾ? ਇਹ ਵੀ ਜ਼ਿੰਦਗੀ ਉਜਾੜ ਰਿਹਾ। ਤੇ ਗੁਰੂ ਨੇ, ਹੁਣ ਵੇਖੋ ਨਾ, ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਇੱਕ ਬਚਨ ਹੈ, ਕਹਿੰਦੇ ਸਤਿਗੁਰ ਸੂਰ ਮੈਂ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਲਿਆ ਕਰੇ ਜੇ ਛੇਕ। ਉਹ ਐਸਾ ਗੁਰੂ ਨੇ ਬਾਣ ਮਾਰਿਆ ਜਿਹਨੂੰ ਸਤਿਗੁਰੂ ਜੀ ਆਖਦੇ, ਕਹਿੰਦੇ ਸਤਿਗੁਰੂ ਸੂਰਮੇ ਨੇ ਜਦੋਂ ਬਾਣ ਵਾਹਿਆ ਨਾ, ਪਾਵੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਜਿਹੜਾ ਪੈਰਾਂ ਤੋਂ ਪਿੰਗਲਾ ਹੀ ਹੋ ਗਿਆ, ਉਹਨੂੰ ਭੱਜੇਗਾ ਕੀ? ਤੇ ਗੁਰੂ ਨੇ ਮਨ ਨੂੰ ਕੀ ਕੀਤਾ? ਪਿੰਗਲਾ, ਮਨ ਇੱਕ ਥਾਂ ਟਿਕਾਤਾ। ਇਹ ਨਹੀਂ ਭੱਜਦਾ ਹੁਣ ਕਿਸੇ ਪਾਸੇ। ਕਿਤੇ ਨਾ ਬਚਪਨ ਵਿੱਚ, ਬਾਲਪਨ ਵਿੱਚ ਜਦੋਂ ਕਿਤੇ ਕੋਈ ਸ਼ਰਾਰਤ ਕਰਨੀ ਜਾਂ ਦੌੜ ਭੱਜ ਕਰਨੀ, ਤੇ ਮਾਂ-ਬਾਪ ਨੇ ਅੱਗੋਂ ਗੁੱਸੇ 'ਚ ਆ ਕੇ ਇਹੀ ਕਹਿਣਾ ਵੀ ਤੇਰੀਆਂ ਲੱਤਾਂ ਵੱਢ ਕੇ ਤੈਨੂੰ ਘਰੇ ਬਾਉਣਾ। ਤੇ ਜਿਹੜਾ ਮਨ ਦਿਨ ਰਾਤ ਸ਼ਰਾਰਤਾਂ 'ਚ ਲੱਗਾ ਨਾ, ਗੁਰੂ ਨੇ ਐਸਾ ਬਾਣ ਮਾਰਿਆ, ਉਹਨੂੰ ਪਿੰਗਲਾ ਹੀ ਕਰਤਾ। ਹੁਣ ਨਹੀਂ ਇਹ ਭੱਜਦਾ, ਟਿਕ ਗਿਆ ਇੱਕ ਥਾਂ ਤੇ। ਤੇ ਜਿਸ ਦਿਨ ਦਾ ਟਿਕਿਆ ਨਾ, ਉਸ ਦਿਨ ਤੋਂ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ ਛੁਟਕਾਰਾ ਹੋ ਗਿਆ। ਜਿਸ ਦਿਨ ਦਾ ਇਹਨਾਂ ਤੋਂ ਛੁਟਕਾਰਾ ਆ,
ਉਸ ਦਿਨ ਦਾ ਜੀਵਨ ਹਰਿਆ ਭਰਿਆ ਬਣ ਗਿਆ। ਜਿਹਨੂੰ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਚ ਪੜ੍ਹਦੇ ਹਾਂ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਹੁਣ ਨਹੀਂ ਛੂੰਦੇ ਕੌਣ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ। ਜਿਹੜਾ ਲੋਭ ਦਾ ਸੁਆਨ ਸੀ ਉਹ ਵੀ ਖਤਮ ਹੋ ਗਿਆ। ਵਿਕਾਰਾਂ ਵਾਲੇ ਪਾਸੇ ਤੋਂ ਛੁਟਕਾਰਾ ਹੋ ਗਿਆ ਨਾ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਹੁਣ ਰਾਹ ਹੀ ਇੰਨਾ ਕੁ ਵਧੀਆ ਹੋ ਗਿਆ ਵੀ ਉਸ ਰਾਹ ਤੇ ਤੁਰੇ ਜਾਂਦੇ ਹਰ ਜੀਵ ਜਦੋਂ ਵੇਖਦਾ ਨਾ, ਉਹ ਰਾਹ ਤੇ ਤੁਰਿਆਂ ਜਾਂਦਿਆਂ ਨੂੰ ਕੀ ਕਹਿੰਦਾ? ਆਹ ਕੱਲਾ ਹੀ ਆ ਜਿਹੜਾ ਇਸ ਰਸਤੇ ਤੇ ਤੁਰਿਆ ਜਾਂਦਾ। ਸੱਚ ਦੇ ਮਾਰਗ ਤੇ ਤੁਰਨਾ ਕਿਤੇ ਸੌਖਾ, ਤੇ ਜਿਹੜਾ ਸੱਚ ਦੇ ਮਾਰਗ ਤੇ ਤੁਰ ਪਏ ਉਸਤਤ ਕਰੇ ਜਹਾਨ। ਫਿਰ ਸਾਰਾ ਜਹਾਨ ਉਸਤਤੀ ਗਾਉਂਦਾ। ਸਤਿਗੁਰ ਦਇਆਲ ਕਿਰਪਾਲ ਭੇਟਤ, ਜਿਹਨੂੰ ਆਪਾਂ ਪੜਿਆ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਗੁਰੂ ਨਾਲ ਭੇਟ ਹੋਈ ਨਾ, ਗੁਰੂ ਮਿਲ ਗਿਆ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਤਨ ਮਨ ਹਰਿਆ ਭਰਿਆ ਹੋ ਗਿਆ। ਸਤਿਗੁਰ ਦਇਆਲ ਕਿਰਪਾਲ ਭੇਟਤ, ਹਰੇ ਅਸੀਂ ਹਰੇ ਭਰੇ ਹੋ ਗਏ। ਕਾਮ ਕ੍ਰੋਧ ਲੋਭ ਮਾਰਿਆ। ਹੁਣ ਇਹਦੇ ਅਰਥ ਜਦੋਂ ਦੂਜੇ ਢੰਗ ਨਾਲ ਕਰਾਂਗੇ, ਜਦੋਂ ਗੁਰੂ ਜੀ ਨਾਲ ਦਇਆਲੂ ਕਿਰਪਾਲੂ ਗੁਰੂ ਜੀ ਨੇ ਕੀ ਕੀਤਾ? ਬਖਸ਼ਿਸ਼ ਕੀਤੀ, ਭੇਟਤ ਹਰੇ, ਹਰੀ ਨਾਲ ਮਿਲਾਪ ਕਰਵਾਤਾ। ਤੇ ਜਿਸ ਦਿਨ ਹਰੀ ਨਾਲ ਮਿਲਾਪ ਹੋਇਆ ਉਸ ਦਿਨ ਆ ਵਿਕਾਰਾਂ ਤੋਂ ਜ਼ਿੰਦਗੀ ਵਿੱਚੋਂ ਛੁਟਕਾਰਾ ਹੋ ਗਿਆ। ਹਰੇ ਤੋਂ ਭਾਵ ਅਸੀਂ ਹਰੀ ਪਰਮਾਤਮਾ ਵੀ ਕਹਿ ਸਕਦੇ ਹਾਂ। ਹਰੇ ਤੋਂ ਭਾਵ ਆਪਣੇ ਜੀਵਨ ਨੂੰ ਚੰਗਾ ਤੇ ਸੋਹਣਾ ਬਣਾ ਲੈਣਾ, ਹਰਿਆ ਭਰਿਆ ਕਰ ਲੈਣਾ। ਉਹ ਤਾਂ ਹੀ ਹੋਏਗਾ ਜੇ ਕਿਤੇ ਅਸੀਂ ਇਹਨਾਂ ਉਜਾੜਨ ਵਾਲੇ, ਜਿਹੜੇ ਖੇਤੀ ਨੂੰ ਉਜਾੜਨ ਵਾਲੇ ਜੀਵ ਨੇ, ਇਹਨਾਂ ਤੋਂ ਅਸੀਂ ਛੁਟਕਾਰਾ ਪਾਵਾਂਗੇ। ਉਸ ਦਿਨ ਹੀ ਸਾਡੀ ਉਹ ਖੇਤੀ, ਉਹ ਜੀਵਨ ਰੂਪ ਸਾਡਾ ਹਰਿਆ ਭਰਿਆ ਹੋਏਗਾ, ਜੇ ਕਿਤੇ ਆਹ ਜਾਨਵਰਾਂ ਤੋਂ ਅਸੀਂ ਛੁਟਕਾਰਾ ਪਾਵਾਂਗੇ। ਫਿਰ ਸਾਹਿਬ ਜੀ ਨੇ ਆਖਿਆ, ਕਿਉਂਕਿ ਆਰੰਭਤਾ ਗੁਰੂ ਸਾਹਿਬ ਇੱਥੋਂ ਹੀ ਕਹਿ ਰਹੇ ਨੇ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕਥਨ ਨਾ ਜਾਏ ਅਕਥ। ਕਹਿੰਦੇ ਉਹ ਅਕਥ ਜਿਹੜਾ, ਉਹਨੂੰ ਕਥਿਆ ਨਹੀਂ ਜਾ ਸਕਦਾ। ਸੁਆਮੀ ਉਹ ਮਾਲਕ ਜਿਹੜਾ ਹੈ, ਸਦਕੇ ਜਾਏ ਨਾਨਕ ਵਾਰਿਆ। ਕਹਿੰਦੇ ਨਾਨਕ ਜੀ ਉਹਦੇ ਤੋਂ ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ, ਕਿਉਂਕਿ ਉਹ ਅਕਥ ਹੈ। ਬਸ ਇਹ ਉਹ ਹੈ ਕਿ ਗੁਰੂ ਅੱਗੇ ਅਰਜ਼ੋਈ ਕਰਕੇ, ਅਰਦਾਸ ਕਰਕੇ ਅਸੀਂ ਉਸ ਅਮੋਲਕ ਨਾਲ ਸਾਂਝ ਬਣਾ ਲਈਏ, ਉਸ ਬੇਸ਼ੁਮਾਰ ਕੀਮਤੀ ਨਾਲ ਸਾਡੀ ਸਾਂਝ ਬਣ ਜਾਏ, ਤਾਂ ਜੋ ਅਸੀਂ ਉਹਦੇ ਨਾਮ ਦਾ ਸਹਾਰਾ ਲੈ, ਆਸਰਾ ਲੈ, ਆਪਣੀਆਂ ਜ਼ਿੰਦਗੀਆਂ ਨੂੰ ਵੀ ਅਸੀਂ ਕੀਮਤੀ ਬਣਾ ਲਈਏ। ਸਾਡਾ ਜੀਵਨ ਕੀਮਤ ਵਾਲਾ ਤਾਂ ਬਣੇਗਾ ਜੇ ਕਿਤੇ ਸਾਡੇ ਕੋਲ ਉਹ ਮੁੱਲ ਵਾਲਾ ਅਮੋਲਕ ਵਸਤੂ, ਅਮੋਲਕ ਪਦਾਰਥ ਸਾਡੇ ਕੋਲ ਹੋਏਗਾ। ਜਨਮ ਤੇ ਅਮੋਲਕ ਹੈ ਸਾਡਾ, ਮਨੁੱਖਾ ਜੀਵਨ ਤੇ ਅਮੋਲਕ ਹੈ, ਪਰ ਇਹਨੂੰ ਅਸੀਂ ਅਮੋਲਕ ਜੀਵਨ ਨੂੰ ਵੇਚ ਕੌਡੀਆਂ ਦੇ ਭਾਅ ਰਹੇ ਹਾਂ। ਇਹਨੂੰ ਕੌਡੀਆਂ ਦੇ ਭਾਅ ਵੇਚਣ ਦੀ ਬਜਾਏ, ਕੌਡੀਆਂ ਦੇ ਮੁੱਲ ਵੇਚਣ ਦੀ ਬਜਾਏ ਕਿਤੇ ਅਮੋਲਕ ਨਾਲ ਸਾਂਝ ਪਾਈਏ, ਔਰ ਉਹਦੇ ਨਾਲ ਬਣਾਈ ਹੋਈ ਸਾਂਝ ਜਿਹੜੀ ਹੈ ਉਹ ਸਾਨੂੰ ਵੀ ਅਮੋਲਕ ਕਰਦਾ ਹੈ। ਜੀਵਨ ਹੈ, ਭਗਤ ਕਬੀਰ ਸਾਹਿਬ ਕਹਿੰਦੇ ਵੀ ਮੁੜ ਮਿਲਣਾ ਕੋਈ ਨਹੀਂ, ਕਿਉਂ ਨਾ ਇਸ ਵੇਲੇ ਮਿਲਿਆ, ਆ ਮੌਕਾ ਮਿਲਿਆ, ਜਿਹਨੂੰ ਸਾਹਿਬ ਕਹਿੰਦੇ ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘਟ ਭੀਤਰ ਤੂੰ ਦੇਖ ਮੁਰਾਰ। ਆਪਣੇ ਘਟ ਅੰਦਰ, ਆਪਣੇ ਹਿਰਦੇ ਰੂਪੀ ਘਰ ਵਿੱਚ ਉਸ ਮੁਰਾਰੀ ਨੂੰ ਵੇਖ, ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਵੇਖ, ਕਿਉਂਕਿ ਉਹ ਅਮੋਲਕ ਹੈ। ਉਹਦਾ ਨਾਮ ਅਮੋਲਕ ਹੈ, ਉਹਦੇ ਗੁਣ ਅਮੋਲਕ ਨੇ, ਉਹ ਆਪ ਅਮੋਲਕ ਹੈ। ਉਹਦੇ ਨਾਲ ਸਾਂਝ ਬਣਾਉਣ ਵਾਲਾ ਵੀ ਅਮੋਲਕ ਬਣ ਜਾਂਦਾ। ਫਿਰ ਦੁਨੀਆ ਦੀ ਦੌਲਤ ਇੱਕ ਪਾਸੇ ਔਰ ਰੱਬ ਜੀ ਨੂੰ ਧਿਆਉਣ ਵਾਲਾ ਇੱਕ ਪਾਸੇ, ਪਰ ਫਿਰ ਵੀ ਦੁਨੀਆ ਦੀ ਦੌਲਤ ਉਹਦਾ ਮੁੱਲ ਨਹੀਂ ਪਾ ਸਕਦੀ। ਸਾਡਾ ਇਤਿਹਾਸ ਸਾਡੇ ਸਾਹਮਣੇ ਹੈ, ਜਿਨ੍ਹਾਂ ਨੇ ਰੱਬ ਜੀ ਨੂੰ ਧਿਆਇਆ, ਸੱਚ ਨਾਲ ਆਪਣੀ ਸਾਂਝ ਬਣਾਈ। ਮੁੱਲ ਪਾਉਣ ਵਾਲਿਆਂ ਨੇ ਮੁੱਲ ਤੇ ਪਾਏ, ਪਰ ਉਹ ਆਪਣੇ ਸਿਰ ਤੇ ਕਟਵਾ ਗਏ, ਸਿਰਾਂ ਨੂੰ ਕਲਮ ਤੇ ਕਰਵਾ ਗਏ, ਆਪਣੇ ਸਿਰਾਂ ਦੇ ਮੁੱਲ ਤੱਕ ਪਵਾ ਗਏ, ਪਰ
ਉਹਨਾਂ ਨੇ ਨਾ ਸੱਚ ਦਾ ਸਹਾਰਾ ਛੱਡਿਆ ਤੇ ਨਾ ਉਹਨਾਂ ਨੇ ਆਪਣਾ ਆਪਾ ਆਪਣੇ ਜੀਵਨ ਦੇ ਵਿੱਚੋਂ ਗੁਰੂ ਨਾਲੋਂ ਸਾਂਝ ਤੋੜੀ। ਗੁਰੂ ਨਾਲ ਪ੍ਰੇਮ ਇੰਨਾ ਕੁ ਬਣਿਆ ਕਿ ਗੁਰੂ ਨਾਲ ਬਣੇ ਹੋਏ ਪ੍ਰੇਮ ਸਦਕਾ, ਸੱਚ ਨਾਲ ਬਣੇ ਪ੍ਰੇਮ ਸਦਕਾ ਵਿਰੋਧੀਆਂ ਦੁਆਰਾ ਬਹੁਤ ਯਤਨ ਬੜੇ ਤਸ਼ੱਦਦ ਤੇ ਕੀਤੇ ਗਏ, ਪਰ ਉਹ ਯਤਨ ਤੇ ਉਹ ਕੀਤੇ ਹੋਏ ਤਸ਼ੱਦਦ ਕਿਸੇ ਪ੍ਰਕਾਰ ਵੀ ਸਾਨੂੰ ਡੋਲਾ ਨਹੀਂ ਸਕੇ। ਕਿਸ ਉਦੋਂ ਦੇ ਹਾਲਾਤ ਵੇਖੋ ਨਾ, ਜਿਹੜੀ ਇਨਸਾਨੀ ਕੀਮਤ ਹੈ, ਉਹ ਕੀਮਤ ਕੀ ਹੈ? ਇੱਕ ਇੱਕ ਟਕਾ, ਇੱਕ ਇੱਕ ਟਕਾ ਕੀਮਤ ਹੈ ਇੱਕ ਇਨਸਾਨ ਦੀ। ਤੇ ਉਹਨਾਂ ਵੇਲਿਆਂ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ 50 ਤੋਂ 80 ਰੁਪਏ ਮੁੱਲ ਲੱਗਦਾ। ਖਬਰ ਦੇਣ ਵਾਲਾ 50 ਰੁਪਏ ਲੈ ਕੇ ਜਾਂਦਾ, ਜੇ ਕੋਈ ਸਿਰ ਵੱਢ ਲਿਆਉਂਦਾ ਤੇ ਉਹ 80 ਰੁਪਏ ਲੈ ਕੇ ਜਾਂਦਾ। ਔਰ ਉਦੋਂ ਦੇ ਹਾਲਾਤ ਹੁਣ ਉਹ ਕਸੂਰ ਤੇ ਕੋਈ ਨਹੀਂ ਹੈ ਨਾ, ਦੋਸ਼ ਕੋਈ ਨਹੀਂ ਹੈ, ਬਸ ਇਹ ਹੈ ਵੀ ਇਹ ਸੱਚ ਦੇ ਰਾਹ ਤੇ ਤੁਰਨ ਵਾਲੇ ਨੇ। ਔਰ ਇਹਨਾਂ ਨੇ ਨਾ ਆਪਣਾ ਹੱਕ ਛੱਡਣਾ ਤੇ ਨਾ ਕਿਸੇ ਨੂੰ ਹੱਕ ਮਾਰਨ ਦੇਣਾ ਤੇ ਨਾ ਹੀ ਕਿਸੇ ਉੱਤੇ ਤਸ਼ੱਦਦ ਹੋਣ ਦੇਣਾ। ਸਭ ਕਿਉਂਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ, ਸਾਡੇ ਨਾਲ ਵਿਰੋਧ ਕਿਸੇ ਦਾ ਨਹੀਂ। ਜਦੋਂ ਵੀ ਵਿਰੋਧ ਉਹਨਾਂ ਨੇ ਕੀਤਾ ਜਾਂ ਸਾਡੇ ਖਿਲਾਫ ਜੰਗਾਂ ਹੋਈਆਂ, ਜੰਗਾਂ ਕਰਨ ਵਾਸਤੇ ਉਹ ਚੜ ਕੇ ਆਏ, ਉਹਦੇ ਪਿੱਛੇ ਕਦੇ ਕਾਰਨ ਲੱਭੋ। ਕਾਰਨ ਕੀ ਹੈ? ਮਜ਼ਲੂਮ ਉੱਤੇ ਹੋ ਰਹੇ ਜ਼ੁਲਮ ਖਿਲਾਫ ਆਵਾਜ਼ ਚੁੱਕਣੀ, ਉਹ ਮਾਰਨ ਆ ਗਏ। ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਲੱਗੇ। ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਦੀ ਛੱਡ ਦਿਓ, ਜੋ ਇਹਨਾਂ ਨੂੰ ਸਹਾਰਾ ਤੁਸੀਂ ਦਿੱਤਾ ਤੁਹਾਨੂੰ ਅਸੀਂ ਛੱਡ ਦਿਆਂਗੇ। ਮਾਲਕ ਕਹਿੰਦੇ ਵੀ ਨਹੀਂ। ਹੁਣ ਜੇ ਗੁਰੂ ਸਾਹਿਬ ਕਹਿੰਦੇ ਵੀ ਠੀਕ ਹੈ, ਇਹ ਤੇ ਤੁਸੀਂ ਜਾਣੋ ਵੀ ਆਪਾਂ ਪਾਸੇ ਹੋ ਜਾਂਦੇ। ਕਿੱਡਾ ਸੌਖਾ ਜਿਹਾ ਤਰੀਕਾ ਸੀ ਨਾ, ਵੀ ਤੁਹਾਡਾ ਤੁਸੀਂ ਇਹਨਾਂ ਨੂੰ ਇਸਲਾਮ ਕਬੂਲ ਕਰਾਉਣਾ ਕਰਾ ਲਓ, ਮੈਂ ਪਾਸੇ ਹੁੰਨਾ। ਪਰ ਮਾਲਕ ਕਹਿੰਦੇ ਵੀ ਨਹੀਂ। ਗੁਰੂ ਕਲਗੀਧਰ ਸਾਹਿਬ ਨਾਲ 14 ਜੰਗਾਂ ਹੋਈਆਂ, ਉਹ 14 ਜੰਗਾਂ ਦੇ ਵਿੱਚੋਂ ਇੱਕ ਵੀ ਜੰਗ ਐਸੀ ਵਿਖਾਓ ਜਿੱਥੇ ਗੁਰੂ ਸਾਹਿਬ ਨੇ ਆਪਣੇ ਪੱਖ ਨੂੰ ਰੱਖ ਕੇ ਜੰਗ ਕੀਤੀ ਹੋਵੇ ਵੀ ਤੁਸੀਂ ਮੇਰੇ ਤੇ ਕਬਜ਼ਾ ਕਰਨ ਆਏ ਹੋ। ਕਾਰਨ ਕੀ? ਉਹ ਜਿਹੜਾ ਔਰੰਗਜ਼ੇਬ ਹੈ ਉਹਨੂੰ ਦਿਸ ਰਿਹਾ ਵੀ ਜਿਹੜੇ ਗਰੀਬ ਤੇ ਮਜ਼ਲੂਮ ਉੱਤੇ ਅਸੀਂ ਜ਼ੁਲਮ ਕਰਦੇ ਆ, ਉਹ ਜਾ ਕੇ ਗੁਰੂ ਗੋਬਿੰਦ ਸਿੰਘ ਅੱਗੇ ਫਰਿਆਦ ਕਰਦਾ। ਉਹ ਗੁਰੂ ਗੋਬਿੰਦ ਸਿੰਘ ਉਹਦੀ ਬਾਹ ਫੜ ਲੈਂਦੇ ਨੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਜਿਹੜਾ ਹੈ ਉਹ ਜਿਉਂਦਿਆਂ ਨਹੀਂ ਛੱਡਣਾ। ਔਰੰਗਜ਼ੇਬ ਇਸ ਥਾਂ ਤੇ ਉਤਰੇ ਵੀ ਨਾ ਗੁਰੂ ਗੋਬਿੰਦ ਸਿੰਘ ਜੀ ਹੋਣਗੇ, ਨਾ ਮਜ਼ਲੂਮਾਂ ਤੇ ਗਰੀਬਾਂ ਦੀ ਕੋਈ ਰੱਖਿਆ ਕਰੇਗਾ। ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਤਸ਼ੱਦਦ ਕਰਾਂ, ਜ਼ੁਲਮ ਕਰਾਂ। ਉਹ ਸਾਹਿਬ ਕਹਿੰਦੇ ਵੀ ਨਾ ਅਸੀਂ ਅੱਖਾਂ ਨਾਲ ਤਸ਼ੱਦਦ ਵੇਖਣਾ ਤੇ ਨਾ ਕਿਸੇ ਨੂੰ ਤਸ਼ੱਦਦ ਕਰਨ ਦੇਣਾ। ਅਸੀਂ ਕਿਸੇ ਤੇ ਜ਼ੁਲਮ ਕਰਨਾ ਕੋਈ ਨਹੀਂ, ਅਸੀਂ ਸਹਿਣਾ ਕੋਈ ਨਹੀਂ। ਸਿੱਖਾਂ ਦੇ ਮੁੱਲ ਤੱਕ ਪਵਾ ਲਏ, ਸਿੱਖਾਂ ਅੱਗੇ ਕੀਮਤਾਂ ਰੱਖੀਆਂ ਗਈਆਂ ਵੀ ਤੁਸੀਂ ਕੀ ਕੀਮਤ ਲੈਣੀ ਹੈ। ਤੇ ਜਿਨ੍ਹਾਂ ਨੇ ਅਮੋਲਕ ਨਾਲ ਸਾਂਝ ਬਣਾਈ, ਉਹ ਕਹਿੰਦੇ ਤੁਸੀਂ ਸਾਡਾ ਮੁੱਲ ਪਾ ਹੀ ਨਹੀਂ ਸਕਦੇ। ਦੱਸੋ, ਇੱਥੋਂ ਤੱਕ ਹਾਲਾਤ ਨੇ ਜਿਹੜੇ ਤਸ਼ੱਦਦ ਕਰਨ ਵਾਲੇ, ਕਾਜ਼ੀ ਫਤਵੇ ਲਾਉਣ ਵਾਲੇ ਸਨ ਨਾ, ਇੱਥੋਂ ਤੱਕ ਕਹਿੰਦੇ ਸੀ ਆਪਣੀਆਂ ਧੀਆਂ ਦੇ ਡੋਲੇ ਤੁਹਾਨੂੰ ਬੇਗਮ ਰੂਪ ਵਜੋਂ ਦੇ ਦੇਵਾਂਗੇ, ਪਰ ਇਸ ਰਾਹ ਤੋਂ ਪਾਸੇ ਹੋ ਜਾਓ। ਨਹੀਂ, ਇਹ ਕੰਮ ਨਹੀਂ ਹੋਣਾ। ਹੁਣ ਭਾਈ ਸ਼ੁਬੇਗ ਸਿੰਘ, ਸ਼ਹਿਬਾਜ਼ ਸਿੰਘ, ਉਹਨਾਂ ਦੀ ਸ਼ਹਾਦਤ ਦਾ ਕਾਰਨ ਕੀ? ਇਹੀ ਕਾਰਨ ਹੈ। ਉਹ ਸ਼ਹਿਬਾਜ਼ ਸਿੰਘ ਜੀ ਨੂੰ ਉਹ ਆਪਣੇ ਧਰਮ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ। ਉਹ ਵੀ ਨਹੀਂ, ਇਹ ਕੰਮ ਨਹੀਂ ਹੋਣਾ। ਵੀ ਮੇਰੇ ਪਿਤਾ ਨੇ ਮੈਨੂੰ ਸਿੱਖੀ ਦਿੱਤੀ ਹੈ, ਪਿਤਾ ਜੀ ਨੇ ਮੇਰੀ ਝੋਲੀ ਵਿੱਚ ਇਹ ਸਿੱਖੀ ਦੀ ਦਾਤ ਗੁਰੂ ਸਾਹਿਬ ਕੋਲੋਂ ਲੈ ਕੇ ਪਵਾਈ ਹੈ ਤੇ ਮੈਂ ਇਹਨੂੰ ਸੰਭਾਲਿਆ। ਉਹ ਕਹਿੰਦਾ ਵੀ ਮੈਂ ਆਪਣੀ ਧੀ ਦਾ ਡੋਲਾ ਵੀ ਤੈਨੂੰ ਦੇ ਦਿਆਂਗਾ। ਸ਼ਹਿਬਾਜ਼ ਸਿੰਘ ਵੀ ਨਹੀਂ, ਆਹ ਕੰਮ ਨਹੀਂ। ਹਾਂ, ਹੈ ਕੌਣ? ਪੜਾਉਣ ਵਾਲਾ ਉਸਤਾਦ, ਉਹੀ ਕਹਿ ਰਿਹਾ ਵੀ ਤੂੰ ਸਿੱਖੀ ਛੱਡ ਦੇ। ਨਹੀਂ, ਕੀਮਤ ਲਾਉਣ ਦਾ ਯਤਨ ਬਹੁਤ ਕੀਤਾ, ਪਰ ਜ਼ਿੰਦਗੀਆਂ ਇੰਨੀਆਂ ਕੁ ਕੀਮਤੀ ਸਨ ਵੀ ਉਹਨਾਂ ਦਾ ਮੁੱਲ ਕੋਈ ਪਾ ਨਹੀਂ ਸਕਿਆ। ਅਸੀਂ ਗੁਰੂ ਅੱਗੇ ਇਹੋ ਅਰਜ਼ੋਈ ਕਰਨੀ ਵੀ ਸਤਿਗੁਰੂ ਜੀਓ ਰਹਿਮਤ ਕਰੋ, ਕਿਤੇ ਸਾਡੀਆਂ ਜ਼ਮੀਰਾਂ ਦਾ ਵੀ ਆਪ ਜੀ ਨਾਲ ਪ੍ਰੇਮ ਪਿਆਰ ਬਣ ਜਾਏ, ਤਾਂ ਜੋ ਸਾਡੀਆਂ ਵੀ ਜ਼ਿੰਦਗੀਆਂ ਤੇ ਜ਼ਮੀਰਾਂ ਇੰਨੀਆਂ ਕੁ ਅਮੋਲਕ ਬਣ ਜਾਣ
ਕਿ ਕੋਈ ਚਾਹ ਕੇ ਵੀ ਸਾਡੀਆਂ ਜ਼ਮੀਰਾਂ ਨੂੰ ਖਰੀਦ ਨਾ ਸਕੇ, ਤੇ ਅਸੀਂ ਉਹਨਾਂ ਜ਼ਮੀਰਾਂ ਦੇ ਆਧਾਰ ਉੱਤੇ ਆਪਣਾ ਜੀਵਨ ਖੁਸ਼ੀ ਔਰ ਪ੍ਰਸੰਨਤਾ ਸਹਿਤ ਫਕਰ ਵਾਲਾ ਜਿਉਂ ਕੇ ਜਾਈਏ ਤੇ ਆਪਣੇ ਮਨੁੱਖਾ ਜੀਵਨ ਸਫਲ ਕਰਕੇ ਜਾਈਏ ਔਰ ਗੁਰੂ ਅੱਗੇ ਅਰਜ਼ੋਈ ਕਰਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਮਤ ਹੋਈ, ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ। ਕਥਨ ਨਾ ਜਾਏ ਅਕਥ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।